ਸਿਰ ਕਰ ਬੈਸੋ ਹਰ ਜਨ ਪਿਆਰੇ। ਸਤਿਗੁਰ ਤੁਮਰੇ ਕਾਜ ਸਵਾਰੇ। ਦੁਸ਼ਟ ਦੂਤ ਪਰਮੇਸ਼ਰ ਮਾਰੇ। ਜਨ ਕੀ ਪੈਜ ਰੱਖੀ ਕਰਤਾਰੇ। ਬਾਦਸ਼ਾਹ ਸ਼ਾਹ ਸਭ ਵਸ ਕਰ ਦੀਨੇ। ਭਰਤ ਨਾਮ ਮਹਾਰਸ ਪੀਨੇ। ਨਿਰਭਉ ਹੋਏ ਭਜੋ ਭਗਵਾਨ। ਸਾਧ ਸੰਗਤ ਕੀਨੋ ਦਾਨ। ਕਰਨ ਪਰੇ ਸਭ ਅੰਤਰ ਜਾਮੀ। ਨਾਨਕ ਓਟ ਕਰੀ ਪ੍ਰਭ ਸੁਆਮੀ। ਕਰਨ ਪਰੇ ਸਭ ਅੰਤਰ ਜਾਮੀ। ਨਾਨਕ ਓਟ ਪਕੜੀ ਪ੍ਰਭ ਸੁਆਮੀ। ਬਹੁ ਸ਼ਾਸਤਰ ਬਹੁ ਸਿਮਰਤੀ ਐਸ ਬਟਨੋਲ। ਜਿਸ ਨਾਹੀ ਹਰ ਹਰੇ। ਨਾਨਕ ਨਾਮ ਅਮੋਲ। ਏਨ ਹਾਰ ਪ੍ਰਭ ਛੋੜ ਕੇ ਲਾਗੈ ਆਨ ਸੁਆਏ। ਨਾਨਕ ਕਹੂ ਨ ਸਿਜਈ ਬਿਨ ਨਾਵੈ ਪਤ ਜਾਏ। ਸੁਖਾਉ ਟਲ ਗੁਰ ਸੇਵੀਐ ਅਹਨਿਸ ਸਹਿਜ ਸੁਭਾਏ। ਦਰਸ਼ਨ ਪਰਸਿਐ ਗੁਰੂ ਕੇ ਜਨਮ ਮਰਨ ਦੁਖ ਜਾਏ। ਹੋਵੈ ਸਿਫਤ ਖਸਮਾਂ-ਦੀ ਡੋਰ ਅਰਸੋਂ ਕੁਰਸੋਂ ਝਟੀਐ। ਡਿਠੇ ਸੱਚੇ ਪਾਤਸ਼ਾਹ ਮਾਲ ਜਨਮ ਜਨਮ ਦੀ ਕੱਟੀਐ। ਡਿਠੇ ਸੱਚੇ ਪਾਤਸ਼ਾਹ ਮਾਲ ਜਨਮ ਜਨਮ ਦੀ ਕੱਟੀਐ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਤਨਾਸਰੀ ਮਹੱਲਾ ਨਵਾਂ। ਅਬ ਮੈਂ ਕੌਣ ਉਪਾਉ ਕਰੋ। ਜਿਹ ਬਿਦ ਮਨ ਕੋ ਸੰਸਾ ਚੁਕੈ। ਭਉ ਨਿਧ ਪਾਰ ਪਰੋ। ਰਹਾਉ ਜਨਮ ਪਾਏ ਕਛ ਭਲੋ ਨ ਕੀਨੋ। ਤਾਂ ਤੇ ਅਧਿਕ ਡਰੋ। ਮਨ ਬਚ ਕਰਮ ਹਰ ਗੁਣ ਨਹੀਂ ਗਾਏ। ਯਹ ਜੀ ਸੋਚ ਧਰੋ। ਅਬ ਮੈਂ ਕੌਣ ਉਪਾਉ ਕਰੋ।
ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੀ ਸਾਜੀ ਨਵਾਜੀ ਗੁਰੂ ਕੀ ਸੰਗਤ, ਸਾਹਿਬ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਹਿਬ ਜੀਆਂ ਨੇ ਅੰਮ੍ਰਿਤ ਵੇਲੇ ਤੋਂ ਪ੍ਰਕਾਸ਼ਮਾਨ ਹੋ ਕਰਕੇ ਆਪ ਸੰਗਤਾਂ ਨੂੰ ਵਡਮੁੱਲੇ ਦਰਸ਼ਨ ਦਿਦਾਰੇ ਬਖਸ਼ਿਸ਼ ਕੀਤੇ। ਸਾਚੇ ਨਾਮ ਕੀ ਲਾਗੈ ਭੂਖ, ਉਤ ਭੂਖੈ ਖਾਏ ਚਲੀਐ ਦੂਖ। ਜਿਨ੍ਹਾਂ ਨੂੰ ਸੱਚੇ ਨਾਮ ਦੀ ਭੁੱਖ ਲੱਗੀ ਹੈ, ਸੱਚੇ ਨਾਮ ਦੀ ਪਿਆਸ ਲੱਗੀ ਹੈ, ਉਹ ਗੁਰੂ ਦਰਬਾਰ ਵਿੱਚ ਆ ਕੇ ਨਾਮ ਦਾ ਭੋਜਨ ਗ੍ਰਹਿਣ ਕਰਦੇ ਪਏ, ਅੰਗੀਕਾਰ ਕਰਦੇ ਪਏ। ਇਸ ਨਾਮ ਦੇ ਭੋਜਨ ਦੇ ਨਾਲ ਜਿਹੜੀਆਂ ਭੁੱਖਾਂ ਨੇ ਸੰਸਾਰ ਦੀਆਂ, ਤ੍ਰਿਪਤ ਭਾਈ ਸੱਚ ਭੋਜਨ ਖਾਇਆ, ਇਹ ਤ੍ਰਿਪਤੀ ਹੋ ਜਾਏਗੀ ਸੱਚ ਨਾਮ ਦਾ ਭੋਜਨ ਛਕ ਕੇ। ਐਸੀ ਦਾਤ ਆਪ ਸੰਗਤਾਂ ਨੇ ਅੰਮ੍ਰਿਤ ਵੇਲੇ ਗੁਰੂ ਦਰਬਾਰ ਵਿੱਚ ਬੈਠ ਕੇ ਨਿਤਨੇਮ ਸਰਵਣ ਕਰਦਿਆਂ, ਗੁਰਬਾਣੀ ਦੇ ਕੀਰਤਨ ਸਰਵਣ ਕਰਦਿਆਂ ਪ੍ਰਾਪਤ ਕੀਤੀ ਹੈ। ਆਓ ਕੁਝ ਸਮੇਂ ਲਈ ਆਪਣੇ ਮਨ ਦੇ ਧਿਆਨ ਨੂੰ ਟਿਕਾਈਏ। ਸਤਿਗੁਰਾਂ ਦੇ ਪਵਿੱਤਰ ਸ਼ਬਦ ਅੰਮ੍ਰਿਤ ਗੁਰਬਾਣੀ ਦੀ ਕਥਾ ਜੋ ਆਪਾਂ ਅੰਮ੍ਰਿਤ ਵੇਲੇ ਦੇ ਦੀਵਾਨਾਂ ਵਿੱਚ ਸਰਵਣ ਕਰਦੇ ਹਾਂ, ਸਰਵਣ ਕਰਕੇ ਲਾਹਾ ਪ੍ਰਾਪਤ ਕਰੀਏ। ਮਿਲ ਕੇ ਆਖੀਏ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਤਨਾਸਰੀ ਮਹੱਲਾ ਨਵਾਂ। ਤਨਾਸਰੀ ਰਾਗ ਦਾ ਇਹ ਸ਼ਬਦ ਸਾਹਿਬ ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਬਖਸ਼ਿਆ। ਤਨਾਸਰੀ ਰਾਗ ਦੇ ਵਿੱਚ 4 ਸ਼ਬਦ ਗੁਰੂ ਤੇਗ ਬਹਾਦਰ ਪਾਤਸ਼ਾਹ ਦੇ ਆਏ ਨੇ। ਗੁਰੂ ਤੇਗ ਬਹਾਦਰ ਮਹਾਰਾਜ ਸਾਹਿਬ ਜੀ ਇਹ ਸ਼ਬਦ ਚੌਥਾ ਔਰ ਅਖੀਰਲਾ ਸ਼ਬਦ ਜਿਹੜਾ ਹੈ, ਇਹ ਧਨਾਸਰੀ ਰਾਗ ਦੇ ਅੰਦਰ ਬਖਸ਼ਿਸ਼ ਕਰ ਰਹੇ ਨੇ। 685 ਅੰਗ ਦੇ ਉੱਪਰ ਇਹ ਮਹਾਰਾਜ ਦਾ ਸ਼ਬਦ ਹੈ। ਧਨਾਸਰੀ ਰਾਗ ਦੇ ਵਿੱਚ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਜਿਨ੍ਹਾਂ ਦੇ ਪਰਥਾਏ ਬਚਨ ਕੀਤੇ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਨੇ ਤੇਗ ਬਹਾਦਰ ਸਿਮਰਿਆ। ਘਰ ਨੌ ਨਿਧ ਆਵੈ ਧਾਏ, ਸਭ ਥਾਈ ਹੋਏ ਸਹਾਏ। ਗੁਰੂ ਤੇਗ ਬਹਾਦਰ ਪਾਤਸ਼ਾਹ ਨੂੰ ਯਾਦ ਕਰ ਲਈਏ, ਰਿਧੀਆਂ ਸਿੱਧੀਆਂ ਪਦਾਰਥ ਵਸਤੂਆਂ ਆ ਜਾਂਦੀਆਂ। ਆਪਾਂ ਇਤਿਹਾਸ ਵਿੱਚ ਇੱਕ ਬਚਨ ਸਰਵਣ ਕਰਦੇ ਹਾਂ, ਆਗਰੇ ਦੇ ਵਿੱਚ ਇੱਕ ਬੱਕਰੀਆਂ ਚਾਰਨ ਵਾਲਾ, ਭੇਡਾਂ ਚਾਰਨ ਵਾਲਾ ਬੜਾ ਗਰੀਬ ਹੈ, ਅਤਿਅੰਤ ਗਰੀਬੀ ਹੈ ਘਰ ਦੇ। ਇਹਨੂੰ ਕਿਸੇ ਕੋਲੋਂ ਪਤਾ ਲੱਗਾ ਵੀ ਗੁਰੂ ਤੇਗ ਬਹਾਦਰ ਪਾਤਸ਼ਾਹ ਨੂੰ ਸਰਕਾਰ ਫੜਨਾ ਚਾਹੁੰਦੀ ਹੈ, ਔਰੰਗਜ਼ੇਬ ਨੇ ਹੁਕਮ ਲਾਏ ਹੋਏ, ਔਰ ਜਿਹੜਾ ਗੁਰੂ ਤੇਗ ਬਹਾਦਰ ਪਾਤਸ਼ਾਹ ਦੀ ਦੱਸ ਪਾ ਦੇਵੇ ਉਹਨੂੰ ਸਰਕਾਰ ਵੱਲੋਂ ਇਨਾਮ ਮਿਲੇਗਾ, 1000 ਰੁਪਈਆ ਮਿਲ ਜਾਏਗਾ। ਕੋਈ ਇਨਾਮ ਬੜਾ ਵੱਡਾ ਉਹਨਾਂ ਸਮਿਆਂ ਦੇ ਵਿੱਚ, ਬੜੀ ਵੱਡੀ ਰਕਮ ਹੈ। ਇਹ ਜਿਹੜਾ ਭੇਡਾਂ ਬੱਕਰੀਆਂ ਚਾਰਨ ਵਾਲਾ ਗੁਰੂ ਤੇਗ ਬਹਾਦਰ ਪਾਤਸ਼ਾਹ ਦੇ ਨਾਮ ਦਾ ਸਿਮਰਨ ਹੀ ਕਰਨ ਲੱਗ ਪਿਆ, ਯਾਦ ਹੀ ਕਰਨ ਲੱਗ ਪਿਆ। ਕਹਿਣ ਲੱਗਾ, ਮਹਾਰਾਜ ਗ੍ਰਿਫਤਾਰੀ ਤੇ ਤੁਸੀਂ ਦੇਣੀ ਹੈ, ਕਿਤੇ ਵੀ ਦੇ ਦਿਓਗੇ, ਪਰ ਜੇ ਕਿਤੇ ਤੁਸੀਂ ਮੇਰੇ ਕੋਲ ਆ ਜਾਵੋ, ਮੈਨੂੰ ਪ੍ਰਾਪਤ ਹੋ ਜਾਓ, ਤੇ ਮਹਾਰਾਜ ਮੇਰੀ ਗਰੀਬੀ ਖਤਮ ਹੋ ਜਾਏ, ਮੇਰੀਆਂ ਘਰ ਦੀਆਂ ਲੋੜਾਂ ਖਤਮ ਹੋ ਜਾਣ, ਮੇਰੇ ਘਰ ਵਿੱਚ ਧੀ ਜਵਾਨ, ਮੈਂ ਉਹਦਾ ਵਿਆਹ ਕਰ ਲਵਾਂ। ਤੇਗ ਬਹਾਦਰ ਪਾਤਸ਼ਾਹ ਦਾ ਸਿਮਰਨ ਕੀਤਾ ਜਾਵੇ, ਯਾਦ ਕੀਤਾ ਜਾਵੇ, ਤੇ ਉਹ ਵਸਤੂ ਨਾ ਪ੍ਰਾਪਤ ਹੋਵੇ, ਹੋ ਨਹੀਂ ਨਾ ਸਕਦਾ।
ਗੁਰੂ ਤੇਗ ਬਹਾਦਰ ਪਾਤਸ਼ਾਹ ਗੁਰਮੁਖੋ ਗ੍ਰਿਫਤਾਰੀ ਤੇ ਦਿੱਲੀ ਦੇਣੀ ਹੈ, ਪਰ ਦਿੱਲੀ ਨੂੰ ਛੱਡ ਕੇ ਮਹਾਰਾਜ ਆਗਰੇ ਗਏ। ਉਹਦੇ ਵਾਸਤੇ ਕਈ ਕਿਲੋਮੀਟਰ ਦਾ ਸਫ਼ਰ ਜਾਂ ਕਈ ਮੀਲ ਦਾ ਸਫ਼ਰ ਮਹਾਰਾਜ ਨੇ ਅੱਗੇ ਕੀਤਾ। ਜਦੋਂ ਇੱਕ ਬਾਗ ਵਿੱਚ ਜਾ ਕੇ ਬੈਠੇ, ਹੁਣ ਇਹਨੂੰ ਬੱਕਰੀਆਂ ਚਾਰਨ ਵਾਲੇ ਨੇ ਕਿਹੜਾ ਗੁਰੂ ਤੇਗ ਬਹਾਦਰ ਪਾਤਸ਼ਾਹ ਨੂੰ ਵੇਖਿਆ, ਨਾ ਕੋਈ ਸਿਆਣ ਹੈ ਨਾ ਕੋਈ ਪਛਾਣ। ਸਤਿਗੁਰਾਂ ਨੇ ਆਪ ਆਵਾਜ਼ ਮਾਰੀ, ਕਹਿਣ ਲੱਗੇ ਇੱਧਰ ਆ, ਸਾਡਾ ਬਚਨ ਸੁਣ। ਬਚਨ ਇਹ ਆ ਵੀ ਸਾਡੇ ਵਾਸਤੇ ਕੁਝ ਮਿਸ਼ਟਾਨ ਮਿੱਠਾ, ਕੋਈ ਮਠਿਆਈ ਲੈ ਕੇ ਆ। ਹੁਣ ਉਹਨੂੰ ਦੱਸਿਆ ਨਹੀਂ ਵੀ ਅਸੀਂ ਉਹ ਆ ਜਿਹਨੂੰ ਤੂੰ ਯਾਦ ਕਰਦਾ ਪਿਆ। ਉਹਨੇ ਪਹਿਲੀ ਸ਼ਰਤ ਰੱਖੀ, ਕਹਿਣ ਲੱਗਾ ਮਹਾਰਾਜ ਜੇ ਮੈਂ ਤੁਹਾਡੀ ਮਠਿਆਈ ਲੈਣ ਚਲਾ ਗਿਆ, ਮੇਰੀਆਂ ਬੱਕਰੀਆਂ ਦਾ ਧਿਆਨ ਕੌਣ ਰੱਖੇਗਾ? ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਸਾਡੇ ਸਿੱਖ ਨੇ ਸਾਡੇ ਨਾਲ, ਸਾਡੇ ਸੇਵਾਦਾਰ ਇਹ ਧਿਆਨ ਰੱਖਣਗੇ। ਚਲੋ ਪਹਿਲਾ ਮਸਲਾ ਹੱਲ ਹੋਇਆ। ਜਾਂ ਫਿਰ ਉਹਨੇ ਬਚਨ ਕੀਤਾ, ਮਹਾਰਾਜ ਪੈਸਾ ਕੋਲ ਕੋਈ ਨਹੀਂ, ਕਿਵੇਂ ਲਿਆਵਾਂ? ਤੇ ਮਹਾਰਾਜ ਨੇ ਹੱਥੋਂ ਛਾਪ ਲਾ ਕੇ ਨਾ, ਜਿਹਦੇ ਵਿੱਚ ਹੀਰਾ ਲੱਗਿਆ ਹੋਇਆ ਸੀ, ਉਹ ਦਿੱਤੀ। ਕਹਿਣ ਲੱਗੇ ਆ ਦੁਕਾਨ ਵਾਲੇ ਨੂੰ ਦੇ, ਮਠਿਆਈ ਲੈ ਆ। ਭਾਈ ਮਤੀ ਦਾਸ ਨੇ ਅੱਗੇ ਹੋ ਕੇ ਬੇਨਤੀ ਕੀਤੀ, ਮਹਾਰਾਜ ਮੇਰੇ ਕੋਲ ਦਮੜੇ ਹੈਗੇ ਨੇ, ਮਾਇਆ ਹੈਗੀ ਹੈ, ਆਪ ਜੀ ਛਾਪ ਨਾ ਦਿਓ, ਮੈਂ ਦਮੜੇ ਦੇ ਦਿੰਦਾ, ਮਾਇਆ ਦੇ ਦਿਆਂਗਾ। ਮਹਾਰਾਜ ਕਹਿਣ ਲੱਗੇ ਮਤੀ ਦਾਸ ਦੀ ਚੁੱਪ ਰਹੋ ਭਾਣਾ, ਅਕਾਲ ਪੁਰਖ ਦਾ ਜਿਹੜਾ ਹੈ ਨਾ ਉਸ ਦੇ ਵਿੱਚ ਰਾਜੀ, ਰਜਾ ਵਿੱਚ ਰਾਜੀ ਰਹੋ। ਛਾਪ ਲੈ ਕੇ ਤੁਰਿਆ, 4 ਕੁ ਕਦਮਾਂ ਗਿਆ, ਫਿਰ ਮੁੜ ਆਇਆ। ਮਹਾਰਾਜ ਮੇਰੇ ਕੋਲ ਤੇ ਭਾਂਡਾ ਵੀ ਨਹੀਂ ਪਾਉਣ ਵਾਸਤੇ, ਮਠਿਆਈ ਪਾਉਣੀ ਕਾਹਦੇ ਵਿੱਚ ਹੈ? ਮੇਰੇ ਕੋਲ ਤੇ ਪਾਟਾ ਕੰਬਲ ਹੈ, ਇਹਦੇ ਵਿੱਚੋਂ ਵੀ ਬਦਬੂ ਆਉਂਦੀ ਪਈ ਹੈ, ਮੈਨੂੰ ਕੋਈ ਭਾਂਡਾ ਕੱਪੜਾ ਵੀ ਤੇ ਚਾਹੀਦਾ ਨਾ। ਸਤਿਗੁਰਾਂ ਨੇ ਆਪਣੇ ਕੋਲੋਂ ਬੜਾ ਕੀਮਤੀ ਦਸਾਲਾ ਦਿੱਤਾ। ਲੰਮੀ ਸਾਖੀ ਹੈ, ਲੰਮਾ ਪ੍ਰਸੰਗ ਹੈ। ਚਲਾ ਗਿਆ, ਦੁਕਾਨਦਾਰ ਨੇ ਪੁਲਿਸ ਨੂੰ ਇਤਲਾਹ ਕਰ ਦਿੱਤੀ। ਪੁਲਿਸ ਨੇ ਆ ਕੇ ਗੁਰੂ ਤੇਗ ਬਹਾਦਰ ਪਾਤਸ਼ਾਹ ਨੂੰ ਗ੍ਰਿਫਤਾਰ ਕੀਤਾ। ਇਸ ਗਰੀਬ ਨੂੰ ਇਨਾਮ ਮਿਲਿਆ। ਬਾਅਦ ਵਿੱਚ ਤਰਲਾ ਕਰਦਾ, ਮਹਾਰਾਜ ਮੈਨੂੰ ਨਹੀਂ ਪਤਾ ਕਿ ਆਪ ਜੀ ਐਸੇ ਸਮਰੱਥ ਗੁਰੂ ਹੋ, ਇਹ ਮਹਾਰਾਜ ਮੈਂ ਬਹੁਤ ਵੱਡਾ ਪਾਪ ਕਰ ਬੈਠਾ। ਸਤਿਗੁਰੂ ਕਹਿਣ ਲੱਗੇ ਕੋਈ ਗੱਲ ਨਹੀਂ, ਅਸੀਂ ਆਈ ਇੱਥੇ ਤੇਰੇ ਵਾਸਤੇ ਆ, ਤੂੰ ਸਾਨੂੰ ਯਾਦ ਕਰਦਾ ਪਿਆ ਸੀ, ਯਾਦ ਕੀਤਾ, ਅਸੀਂ ਤੇਰੇ ਮਨ ਦਾ ਫੁਰਨਾ ਪੂਰਾ ਕਰਨ ਵਾਸਤੇ ਆਏ। ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿਣ ਲੱਗੇ ਤੇਗ ਬਹਾਦਰ ਸਿਮਰਿਆ, ਘਰ ਨੌ ਨਿਧ ਆਵੈ ਧਾਏ ਸਭ ਸਾਈਂ। ਇਹ ਬਚਨ ਉਹਨਾਂ ਨੇ ਆਖੇ ਆਪਣੇ ਮੁਖ ਤੋਂ। ਇਹ ਸਾਖੀ ਜਿਹੜੀ ਇਸ ਗੱਲ ਨੂੰ ਸਿੱਧ ਕਰਦੀ ਹੈ ਵੀ ਜੇ ਬੱਕਰੀਆਂ ਚਾਰਨ ਵਾਲਾ ਵੀ ਯਾਦ ਕਰਦਾ ਤੇ ਮਹਾਰਾਜ ਉਹਦੀ ਵੀ ਮਦਦ ਕਰਕੇ ਉਹਦੇ ਵੀ ਘਰ ਨੂੰ ਮਾਲਾ ਮਾਲ ਕਰਨ ਵਾਲੇ। ਐਸਾ ਨਾਮ ਹੈ ਗੁਰੂ ਤੇਗ ਬਹਾਦਰ ਪਾਤਸ਼ਾਹ ਜੀਆਂ ਦਾ। ਔਰ ਇਹ ਸ਼ਬਦ ਮਹਾਰਾਜ ਜੀਆਂ ਦਾ ਆਪਾਂ ਸਰਵਨ ਕਰ ਰਹੇ ਹਾਂ। ਅਬ ਮੈਂ ਕੌਣ ਉਪਾਉ ਕਰੋ। ਬਖਸ਼ਿਸ਼ ਕਰਦੇ, ਬੇਨਤੀ ਕਰ। ਅਬ ਤੋਂ ਭਾਵ ਹੈ ਗੁਰਮੁਖੋ ਹੁਣ ਮੈਂ ਕਿਹੜਾ ਉਪਾਅ ਕਰਾਂ, ਕਿਹੜਾ ਯਤਨ ਕਰਾਂ ਇਹੋ ਜਿਹਾ ਜਿਸ ਯਤਨ ਦੇ ਨਾਲ ਮੇਰੇ ਵਿਗੜਦੇ ਹੋਏ ਕਾਰਜ ਸਿੱਧੇ ਹੋ ਜਾਣ। ਆਪਾਂ ਸਿੱਧੇ ਸਿੱਧੇ ਗੁਰਬਾਣੀ ਦੇ ਅਰਥ ਸਰਵਨ ਕਰਦੇ ਹਾਂ, ਸਾਡੀ ਸਮਝ ਪੈ ਜਾਵੇ। ਅਸੀਂ ਕਿਸੇ ਪਾਂਧੇ ਕੋਲ ਚਲੇ ਜਾਈਏ, ਜੋਤਸ਼ੀ ਕੋਲ ਚਲੇ ਜਾਈਏ, ਉਹ ਕਹਿੰਦਾ ਉਪਾਅ ਕਰਨਾ ਪਵੇ। ਸਾਨੂੰ ਉਪਾਅ ਦੇ ਮਤਲਬ ਦਾ ਨਹੀਂ ਪਤਾ ਵੀ ਉਪਾਅ ਕੀ ਹੁੰਦਾ। ਸਾਨੂੰ ਪਤਾ ਵੀ ਇਹ ਮੰਤਰ ਪੜ੍ਹੇਗਾ, ਕੋਈ ਨਿੱਕਾ ਮੋਟਾ ਹੋਰ ਟੂਣਾ ਤਵੀਤ ਕਰੇਗਾ ਤੇ ਸਾਡਾ ਕਾਰਜ ਬਣ ਜਾਏ। ਉਪਾਅ ਤੋਂ ਭਾਵ ਹੁੰਦਾ ਗੁਰਮੁਖੋ ਯਤਨ ਕਰਨਾ, ਵੀ ਯਤਨ ਕਰਨਾ ਪਵੇਗਾ ਤੈਨੂੰ ਇਸ ਮੁਸੀਬਤ ਤੋਂ ਬਚਾਉਣ ਵਾਸਤੇ। ਯਤਨ ਕਾਮਯਾਬ ਵੀ ਹੋ ਸਕਦਾ ਹੈ, ਨਾ ਕਾਮਯਾਬ ਵੀ ਹੋ ਸਕਦਾ ਹੈ। ਉਪਾਅ ਤੋਂ ਭਾਵ ਹੈ ਯਤਨ ਕਰਨਾ। ਇੱਥੇ ਮਹਾਰਾਜ ਕਹਿਣ ਲੱਗੇ ਅਬ ਮੈਂ, ਹੁਣ ਮੈਂ ਉਪਾਅ ਕਰੋ। ਕਿਹੜਾ ਮੈਂ ਯਤਨ ਕਰਾਂ ਇਹੋ ਜਿਹਾ ਇਸ ਵੇਲੇ ਜਿਹੜਾ ਮੈਨੂੰ ਸਮਾਂ ਮਿਲਿਆ ਮਨੁੱਖਾ ਜਨਮ ਦਾ। ਇਸ ਮਨੁੱਖਾ ਜਨਮ ਦੇ ਵਿੱਚ ਮੈਂ ਕਿਹੜਾ ਇਹੋ ਜਿਹਾ ਉਪਾਅ ਕਰਾਂ, ਯਤਨ ਕਰਾਂ, ਵੀ ਆਪਣੀ ਸਕੀਮ ਲੜਾਉਣਾ ਕਰਾਂ। ਜਿਹ ਬਿਦ ਮਨ ਕੋ ਸੰਸਾ ਚੁਕਾ। ਉਹ ਯਤਨ ਕਰਨਾ ਕਾਹਦੇ ਵਾਸਤੇ ਹੈ? ਮੇਰੇ ਮਨ ਦਾ ਸੰਸਾ ਖਤਮ ਹੋ ਜਾਵੇ। ਇਹ ਜਿਹੜੇ ਮਨ ਵਿੱਚ ਸੰਸੇ ਪਏ ਨਾ, ਸ਼ੰਕੇ ਪਏ ਹੋਏ,
ਇਹ ਸ਼ੰਕਾ ਖਤਮ ਹੋਵੇ, ਮੈਨੂੰ ਉਹ ਯਤਨ ਕਰਨਾ ਚਾਹੀਦਾ। ਪਹਿਲੀ ਤੇ ਗੱਲ ਗੁਰਮੁਖੋ ਸ਼ੰਕਾ ਲੱਭਣਾ ਪਵੇਗਾ ਵੀ ਸ਼ੰਕਾ ਹੈ ਕਿਸ ਗੱਲ ਦਾ, ਤੇ ਫਿਰ ਉਸ ਸ਼ੰਕੇ ਨੂੰ ਖਤਮ ਕਿਵੇਂ ਕਰਨਾ, ਸਾਨੂੰ ਉਹ ਵੀ ਗਿਆਨ ਹੋਣਾ ਚਾਹੀਦਾ। ਵੈਦ ਨੂੰ ਤਾਂ ਵੈਦ ਤਾਂ ਮੰਨਿਆ ਜਾਣਾ ਵੀ ਵੈਦ ਨੂੰ ਪਹਿਲਾਂ ਬਿਮਾਰੀ ਲੱਭਣੀ ਆਉਂਦੀ ਹੋਵੇ, ਬਿਮਾਰੀ ਹੈ ਕੀ ਹੈ, ਤੇ ਫਿਰ ਉਸ ਬਿਮਾਰੀ ਦੀ ਦਵਾਈ ਕਰਨੀ ਆਉਂਦੀ ਹੋਵੇ। ਜੇ ਵੈਦ ਬਿਮਾਰੀ ਲੱਭ ਲੈਂਦਾ, ਦਵਾਈ ਨਹੀਂ ਕਰ ਸਕਦਾ, ਪੂਰਾ ਵੈਦ ਨਹੀਂ ਹੈ। ਜੇ ਦਵਾਈ ਕਰ ਸਕਦਾ ਪਰ ਬਿਮਾਰੀ ਨਹੀਂ ਲੱਭ ਸਕਦਾ, ਤਾਂ ਵੀ ਪੂਰਾ ਵੈਦ ਨਹੀਂ ਹੈ। ਵੈਦ ਤਾਂ ਵੀ ਬਿਮਾਰੀ ਵੀ ਲੱਭ ਲਵੇ ਔਰ ਦਵਾਈ ਵੀ ਕਰ ਦੇਵੇ, ਦੋਵੇਂ ਕੰਮਾਂ ਵਿੱਚ ਨਿਪੁੰਨ ਹੋਵੇ। ਵੇਖੋ ਵੇਖੀ ਵਾਲਾ ਨਾ ਯਤਨ ਕਰੇ। ਜਿਵੇਂ ਆਪਾਂ ਬਚਨ ਪੜ੍ਹਦੇ ਨਾ, ਕਿਸੇ ਊਠਣੀ ਨੇ ਉਹ ਖਾ ਲਿਆ, ਖਰਬੂਜਾ ਖਾ ਲਿਆ, ਊਠਣੀ ਦੇ ਗਲ ਵਿੱਚ ਫਸ ਗਿਆ, ਉਹ ਕਿਸੇ ਨੇ ਪੱਥਰ ਮਾਰ ਕੇ ਤੋੜ ਦਿੱਤਾ। ਲੰਮੀ ਸਾਖੀ ਹੈ, ਇਸ ਤਰ੍ਹਾਂ ਨਾ ਕਿਤੇ ਬਣਿਆ ਹੋਵੇ, ਵੇਖੋ ਵਿਖਾਈ ਨਾ ਬਣਿਆ ਹੋਵੇ। ਸਤਿਗੁਰੂ ਪਾਤਸ਼ਾਹ ਇੱਥੇ ਬਚਨ ਕਰਦੇ, ਜਿਹ ਬਿਧ ਮਨ ਕੋ ਸੰਸਾ ਚੂਕੈ। ਮਨ ਦਾ ਸ਼ੰਕਾ ਕਿਵੇਂ ਦੂਰ ਹੋਵੇ, ਇਹ ਉਪਾਅ ਕਰਨਾ। ਪਾਤਸ਼ਾਹ ਫਰਮਾਉਂਦੇ ਹਨ, ਭਉ ਨਿਧ ਪਾਰ ਭਰੋ। ਦੂਜਾ ਗੁਰਮੁਖੋ ਬਚਨ ਇਹ ਆ ਵੀ ਇਹ ਜਿਹੜਾ ਭੈਦਾਇਕ ਸੰਸਾਰ ਹੈ ਨਾ, ਇਹਦੇ ਤੋਂ ਪਾਰ ਕਿਵੇਂ ਹੋਣਾ, ਸੰਸਾਰ ਤੋਂ ਕਿਵੇਂ ਪਾਰ ਹੋਣਾ ਹੈ ਔਰ ਸੰਸ਼ੇ ਕਿਵੇਂ ਦੂਰ ਕਰਨੇ, ਇਹ ਉਪਾਅ ਕਰਨੇ ਨੇ। ਯਤਨ ਇਹ ਕਰਨਾ ਵੀ ਮਨ ਵਿੱਚ ਸ਼ੰਕਾ ਆਵੇ ਹੀ ਨਾ। ਜੇ ਸ਼ੰਕਾ ਪੈਦਾ ਹੋ ਗਿਆ ਤੇ ਗੁਰੂ ਕਿਰਪਾ ਨਾਲ ਗੁਰੂ ਦੀ ਬਾਣੀ ਪੜ੍ਹ ਕੇ, ਗੁਰੂ ਦਾ ਜੀਵਨ ਪੜ੍ਹ ਕੇ, ਗੁਰੂ ਕਿਆਂ ਸਿੱਖਾਂ ਦਾ ਇਤਿਹਾਸ ਪੜ੍ਹ ਕੇ ਤੇ ਆਪਣੇ ਸ਼ੰਕੇ ਨੂੰ ਦੂਰ ਕਰ ਲਾ। ਇਹ ਜਿਹੜਾ ਭੈਦਾਇਕ ਸੰਸਾਰ ਹੈ ਨਾ, ਡਰ ਦੇਣ ਵਾਲਾ, ਇਸ ਡਰ ਦੇਣ ਵਾਲੇ ਸੰਸਾਰ ਨੂੰ ਵੀ ਤਰ ਜਾਈਏ। ਐਸੇ ਗੁਰੂ ਸ਼ਬਦ ਦਾ ਓਟ ਲੈ ਲੈ, ਵਾਹਿਗੁਰੂ ਨਾਮ ਜਹਾਜ਼ ਹੈ। ਇਹ ਜਿਹੜਾ ਵਾਹਿਗੁਰੂ ਮੰਤਰ ਨਾਮ ਦਾ ਜਹਾਜ਼ ਹੈ ਨਾ, ਇਹਦਾ ਜਪਨ ਕਰਿਆ ਕਰ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਇਸ ਤਰ੍ਹਾਂ ਕਰਦਾ ਰਿਹਾ ਕਰ। ਇਸ ਜਹਾਜ਼ ਦੇ ਉੱਪਰ ਸਵਾਰ ਹੋ ਜਾ ਤੇ ਕਹਿਣ ਲੱਗੇ, ਜਦੋਂ ਗੁਰਮੁਖਾ ਇਹ ਬਚਨ ਕਰੇਗਾ ਨਾ ਤੇ ਫਿਰ ਭੈਦਾਇਕ ਸੰਸਾਰ ਤਾਂ ਤਰਿਆ ਜਾਣਾ, ਨਹੀਂ ਤੇ ਤਰਿਆ ਨਹੀਂ ਜਾਂਦਾ ਹੈ। ਰਹਾਉ ਜਨਮ ਪਾਏ ਕਛ ਭਲੋ ਨ ਕੀਨੋ। ਮਨੁੱਖਾ ਜਨਮ ਤੇ ਪ੍ਰਾਪਤ ਕਰ ਲਿਆ, ਮਨੁੱਖਾ ਜਨਮ ਪ੍ਰਾਪਤ ਕਰਕੇ ਚੰਗਾ ਕੰਮ ਕੋਈ ਨਹੀਂ ਕੀਤਾ। ਪੇਟ ਭਰੇ ਪਸ਼ੂਆ ਜਿਉ ਸੋਇਓ। ਜਿਵੇਂ ਪੇਟ ਭਰ ਕੇ ਪਸ਼ੂ ਸੌ ਜਾਂਦਾ ਹੈ, ਆਪਾਂ ਪ੍ਰਸ਼ਾਦਾ ਛਕ ਕੇ ਸੌ ਜਾਂਦੇ। ਫਰਕ ਸਿਰਫ ਇੰਨਾ ਵੀ ਪਸ਼ੂ ਜਿਹੜਾ ਹੈ ਉਸ ਖੁਰਾਕ ਨੂੰ ਮੂੰਹ ਨਾਲ ਹੀ ਅੱਗੇ ਪਿੱਛੇ ਕਰਦਾ, ਮੂੰਹ ਨਾਲ ਹੀ ਖਾਂਦਾ। ਸਾਡੇ ਹੱਥ ਥੋੜ੍ਹੀ ਮਦਦ ਕਰ ਦਿੰਦੇ, ਬੁਰਕੀ ਤੋੜ ਕੇ ਮੂੰਹ ਤੱਕ ਲੈ ਜਾਂਦੇ। ਪਰ ਖਾਣ ਦੀ ਪ੍ਰਕਿਰਿਆ ਤੇ ਉਹੀ ਹੈ ਨਾ, ਜਿਵੇਂ ਪਸ਼ੂ ਪੇਟ ਭਰ ਕੇ ਸੌਂ ਗਿਆ, ਆਪਾਂ ਵੀ ਪ੍ਰਸ਼ਾਦਾ ਰੱਜ ਕੇ ਛਕ ਕੇ ਸੌਂ ਜਾਈ। ਵਿਦਵਾਨਾਂ ਨੇ ਲਿਖਿਆ, ਮਨੁੱਖ ਵੀ ਸੌਂ ਜਾਂਦਾ, ਪਸ਼ੂ ਵੀ ਸੌਂ ਜਾਂਦਾ ਹੈ। ਮਨੁੱਖ ਵੀ ਖਾਂਦਾ ਹੈ ਤੇ ਪਸ਼ੂ ਵੀ ਖਾਂਦਾ ਹੈ। ਮਨੁੱਖ ਵੀ ਸੰਤਾਨ ਪੈਦਾ ਕਰਦਾ, ਪਸ਼ੂ ਵੀ ਸੰਤਾਨ ਪੈਦਾ ਕਰਦਾ ਹੈ। ਫਿਰ ਮਨੁੱਖ ਦੇ ਵਿੱਚ ਤੇ ਪਸ਼ੂ ਦੇ ਵਿੱਚ ਅੰਤਰ ਕੀ ਹੋਇਆ? ਅੰਤਰ ਇਹ ਆ ਵੀ ਮਨੁੱਖ ਨੂੰ ਗਿਆਨ ਹੈ, ਪਸ਼ੂ ਨੂੰ ਗਿਆਨ ਨਹੀਂ। ਰੋ ਵਿਚਾਰ ਮਹਾਰਾਜ ਕਹਿਣ ਲੱਗੇ, ਜਨਮ ਪਾਏ ਕਾਸ਼ ਭਲੋ ਨਾ ਕੀਨੋ। ਮਨਮੁੱਖਾਂ ਨੇ ਮਨੁੱਖਾ ਜਨਮ ਪਾ ਕੇ ਕੋਈ ਚੰਗਾ ਕੰਮ ਨਹੀਂ ਕੀਤਾ, ਪਰ ਗੁਰਮੁਖੋ ਜਿਹੜੇ ਗੁਰਮੁਖ ਨੇ ਨਾ, ਉਹਨਾਂ ਨੇ ਗੁਰੂ ਦੀ ਸੇਵਾ ਕਰਕੇ ਆਤਮ ਵਸੈਨੀ ਮੱਤ ਪ੍ਰਾਪਤ ਕਰ ਲਈ। ਇਹੋ ਜਿਹੀ ਮੱਤ ਪ੍ਰਾਪਤ ਕੀਤੀ ਹੈ ਵੀ ਵੱਡੇ ਵੱਡੇ ਵਿਦਵਾਨਾਂ ਨੂੰ ਆਪਣੇ ਸਾਹਮਣੇ ਫੇਲ ਕਰ ਦਿੱਤਾ, ਦੂਰ ਕਰ ਦਿੱਤਾ। ਸਤਿਗੁਰੂ ਨਾ ਪਾਉਂਟਾ ਸਾਹਿਬ ਦੀ ਧਰਤੀ ਤੇ ਰਹਿੰਦੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ। ਇੱਥੇ ਇੱਕ ਕਵੀ ਆ ਗਿਆ ਮਹਾਰਾਜ ਜੀਆਂ ਨੂੰ ਮਿਲਣ ਵਾਸਤੇ। ਕਵੀ ਦਾ ਨਾਮ ਹੈ ਚੰਦਨ ਕਵੀ। ਚੰਦਨ ਕਵੀ ਨੇ ਆਖਿਆ ਵੀ ਮਹਾਰਾਜ ਮੈਂ ਕਵਿਤਾ ਬੜੀਆਂ ਉਚਾਰਦਾ, ਮੇਰੀਆਂ ਕਵਿਤਾ ਇੰਨੀਆਂ ਮਹਿੰਗੀਆਂ ਹੁੰਦੀਆਂ ਵੀ ਉਹਨਾਂ ਕਵਿਤਾ ਦਾ ਨਾ ਕੋਈ ਅਰਥ ਨਹੀਂ ਕਰ ਸਕਦਾ। ਮਹਿੰਗੀਆਂ ਤੋਂ ਭਾਵ ਵੀ ਔਖੀਆਂ ਹੁੰਦੀਆਂ, ਆਮ ਬੰਦੇ ਦੇ ਵੱਸ ਦੀ ਗੱਲ ਨਹੀਂ ਹੈ ਵੀ ਉਹਦੇ ਅਰਥ ਕਰ ਜਾਵੇ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਸਾਡੇ ਦੇ ਸੇਵਾਦਾਰ ਬੜੀਆਂ ਕਵਿਤਾ ਉਚਾਰਦੇ, ਅਰਥ ਤੇ ਇਹਨਾਂ ਦਾ ਵੀ ਕੋਈ ਨਹੀਂ ਕਰ ਸਕਦਾ।
ਪਰ ਕਵੀ ਦੇ ਮਨ ਵਿੱਚ ਹੰਕਾਰ ਹੈ ਨਾ, ਕਹਿਣ ਲੱਗਾ ਹੂੰ ਇਹ ਕਿਵੇਂ ਹੋ ਸਕਦਾ, ਇੱਕ ਸੇਵਾਦਾਰ, ਘੋੜਿਆਂ ਨੂੰ ਘਾਹ ਪਾਉਣ ਵਾਲਾ, ਲਿੱਧ ਸੁੱਟਣ ਵਾਲਾ, ਭਾਂਡੇ ਮਾਂਜਣ ਵਾਲਾ ਵੀ ਕਵਿਤਾ ਉਚਾਰ ਸਕਦਾ। ਕਵਿਤਾ ਉਚਾਰਨ ਵਾਸਤੇ ਪਹਿਲਾਂ ਸਿੱਖਣਾ ਪੈਂਦਾ ਹੈ, ਫਿਰ ਕਵਿਤਾ ਉਚਾਰੀ ਜਾਂਦੀ ਹੈ, ਉਹਦੇ ਅੱਖਰਾਂ ਦਾ ਧਿਆਨ ਰੱਖਣਾ ਪੈਂਦਾ, ਉਹਦੀ ਛੰਦਾਬੰਦੀ ਦਾ ਧਿਆਨ ਰੱਖਣਾ ਪੈਂਦਾ, ਉਹਦੇ ਗੰਢ ਤੋੜ ਦਾ ਧਿਆਨ ਰੱਖਣਾ ਪੈਂਦਾ, 9 ਰਸ ਉਹਦੇ ਵਿੱਚ ਪਾਉਣੇ ਪੈਂਦੇ, ਫਿਰ ਜਾ ਕੇ ਕਵਿਤਾ ਤਿਆਰ ਹੁੰਦੀ ਹੈ। ਮਹਾਰਾਜ ਇਹ ਘੋੜਿਆਂ ਨੂੰ ਘਾਹ ਪਾਉਣ ਵਾਲੇ ਕਵਿਤਾ ਕਿਵੇਂ ਬਣਾ ਸਕਦੇ? ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਤੇਰੇ ਸਾਹਮਣੇ ਅਸੀਂ ਆਪਣੇ ਕਿਸੇ ਸਿੱਖ ਨੂੰ ਬੁਲਾ ਲੈਂਦੇ ਆ, ਤੇਰੇ ਸਾਹਮਣੇ ਉਹ ਕਵਿਤਾ ਉਚਾਰੇਗਾ, ਤੂੰ ਉਹਦੇ ਕਵਿਤਾ ਦੇ ਅਰਥ ਕਰ ਦੇ ਔਰ ਉਹਦੀ ਕਵਿਤਾ ਵਿੱਚੋਂ ਨੁਕਸ ਕੱਢ ਦੇ ਵੀ ਨੁਕਸ ਕੀ ਹੈ, ਘਾਟ ਕੀ ਹੈ। ਕਹਿਣ ਲੱਗਾ ਠੀਕ ਹੈ ਮਹਾਰਾਜ। ਉਸ ਵੇਲੇ ਮਹਾਰਾਜ ਜੀਆਂ ਨੇ ਇੱਕ ਸੇਵਾਦਾਰ ਨੂੰ ਬੁਲਾਇਆ, ਨਾਮ ਹੈ ਭਾਈ ਧੰਨਾ। ਭਾਈ ਧੰਨੇ ਨੂੰ ਬੁਲਾ ਕੇ ਮਹਾਰਾਜ ਕਹਿਣ ਲੱਗੇ ਵੀ ਇਹ ਇੱਕ ਕਵੀ ਆਇਆ, ਆਪਣੇ ਆਪ ਨੂੰ ਬੜਾ ਵੱਡਾ ਵਿਦਵਾਨ ਦੱਸਦਾ, ਕੋਈ ਇਹੋ ਜਿਹੀ ਕਵਿਤਾ ਉਚਾਰੋ ਇਹ ਅਰਥ ਕਰਨੇ ਚਾਹੁੰਦਾ। ਤੇ ਭਾਈ ਧੰਨਾ ਜੀਆਂ ਨੇ ਹੱਥ ਜੋੜ ਕੇ ਸਤਿਗੁਰਾਂ ਨੂੰ ਨਮਸਕਾਰ ਕੀਤੀ, ਕਹਿਣ ਲੱਗਾ ਮਹਾਰਾਜ ਵੀ ਇਹ ਆਪ ਹੀ ਕਿਰਪਾ ਕਰਨ ਵਾਲੇ ਹੋ, ਜੇ ਬਖਸ਼ਿਸ਼ ਕਰਦੇ ਤਾਂ ਮੈਂ 4 ਅੱਖਰ ਕਹਿ ਦਿੰਦਾ। ਸਤਿਗੁਰਾਂ ਦੀ ਆਗਿਆ ਪਾ ਕੇ ਨਾ ਭਾਈ ਧੰਨਾ ਜੀਆਂ ਨੇ ਫਿਰ ਕਵਿਤਾ ਉੱਥੇ ਵਿਚਾਰੀ। ਕਹਿਣ ਲੱਗੇ ਵੀ ਲਓ ਵਿਦਵਾਨ ਚੰਦਨ ਕਵੀ ਜੀ, ਇਹਦੇ ਅਰਥ ਕਰਿਓ ਤੇ ਧਿਆਨ ਦੇ ਨਾਲ ਸੁਣ ਲਓ ਵੀ ਮਤਲਬ ਕੀ ਬਣਦਾ। ਚੰਦਨ ਕਵੀ ਕਹਿਣ ਲੱਗਾ ਠੀਕ ਹੈ ਮੈਂ ਸੁਣਦਾ ਪਿਆ। ਉਹਨਾਂ ਨੇ ਬਚਨ ਕੀਤਾ, ਕਹਿਣ ਲੱਗੇ ਮੀਨ ਮਰੇ ਜਲ ਕੇ ਪਰਸੇ ਕਬਹੂ, ਨਾ ਮਰੇ ਪਰ ਪਾਵਕ ਪਾਏ। ਇਹ ਪਹਿਲਾ ਬਚਨ ਕੀਤਾ। ਕਹਿਣ ਲੱਗੇ ਇਹਨੂੰ ਚੰਗੀ ਤਰ੍ਹਾਂ ਸੁਣ ਕੇ ਵਿਚਾਰ ਲਓ, ਮੈਂ ਦੂਜਾ ਬਚਨ ਵੀ ਤੁਹਾਡੇ ਨਾਲ ਕਰਦਾ। ਦੂਜਾ ਬਚਨ ਇਹ ਕੀਤਾ, ਹਾਥੀ ਮਰੇ ਮਦ ਕੇ ਪਰਸੇ ਕਬਹੂ, ਨਾ ਮਰੇ ਤਨ ਤਾਪ ਤੇ ਤਾਏ। ਇਹ ਮੇਰਾ ਦੂਜਾ ਬਚਨ। ਪਹਿਲਾ ਮੱਛੀ ਦੀ ਉਦਾਹਰਨ, ਦੂਜੀ ਹਾਥੀ ਦੀ ਦਿੱਤੀ ਹੈ, ਸਮਝ ਲੈਣਾ ਔਰ ਇਹਦੇ ਅਰਥ ਕਰਕੇ ਮੈਨੂੰ ਦੱਸਣੇ ਵੀ ਭਾਵ ਕੀ ਬਣਦਾ। ਤੇ ਤੀਜਾ ਬਚਨ ਮੈਂ ਤੁਹਾਡੇ ਨਾਲ ਇਹ ਕਰਦਾ, ਤੀ ਮਰੇ ਪੀ ਕੇ ਪਰਸੇ ਕਬਹੂ। ਤੇ ਬਚਨ ਇਹਦੇ ਵਿੱਚ ਅਗਲਾ ਮੈਂ ਇੱਕ ਹੋਰ ਜੋੜ ਦਿੰਦਾ, ਕਹਿਣ ਲੱਗੇ ਨਾ ਮਰੇ ਪਰਦੇਸ ਸਧਾਏ। ਇਹ ਮੇਰੀ ਕਵਿਤਾ ਹੈ, ਇਸ ਕਵਿਤਾ ਦੇ ਅਰਥ ਤੁਸੀਂ ਕਰਕੇ ਤੇ ਮੈਨੂੰ ਦੱਸਦੇ ਵੀ ਇਹਦਾ ਭਾਵ ਕੀ ਬਣਦਾ। ਗੂੜ ਬਾਤ ਕਹੀ ਦਿਜ ਰਾਜ ਵਿਚਾਰ ਸਕੇ ਨਾ ਬਿਨਾ ਚਿਤ ਲਾਏ। ਕਹਿਣ ਲੱਗੇ ਵੀ ਇਹ ਬਚਨ ਬੜਾ ਗੂੜ ਤੇ ਗੁਪਤ ਹੈ, ਜਿੰਨਾ ਚਿਰ ਵਿਚਾਰ ਨਹੀਂ ਸਕੇਗਾ, ਬਤਾ ਨਹੀਂ ਸਕੇਗਾ, ਦੱਸ ਨਹੀਂ ਸਕੇਗਾ। ਉਹ ਜਿਹੜਾ ਵਿਦਵਾਨ ਕਵੀ ਸੀ ਨਾ, ਸੁਣ ਕੇ ਵਿਚਾਰਨ ਲੱਗ ਪਿਆ। ਪਹਿਲੀ ਪੰਕਤੀ ਇਹ ਆਈ ਸੀ, ਮੀਨ ਮਰੇ ਜਲ ਕੇ ਪਰਸੇ ਕਬਹੂ। ਮੱਛੀ ਜਿਹੜੀ ਹੈ ਨਾ, ਮੀਨ ਨਾਮ ਮੱਛੀ ਦਾ ਹੀ ਹੈ, ਵੀ ਮੱਛੀ ਜੇ ਪਾਣੀ ਵੀ ਨੂੰ ਸਪਰਸ਼ ਕਰ ਲਵੇ ਤੇ ਮੱਛੀ ਮਰ ਜਾਂਦੀ ਹੈ। ਕਵੀ ਹੈਰਾਨ ਹੋ ਗਿਆ ਵੀ ਮੱਛੀ ਪਾਣੀ ਨੂੰ ਸਪਰਸ਼ ਕਰ ਲਵੇ ਮਰ ਜਾਂਦੀ, ਇਹ ਤੇ ਹੋ ਨਹੀਂ ਸਕਦਾ, ਮੱਛੀ ਦਾ ਤੇ ਜੀਵਨ ਹੀ ਪਾਣੀ ਵਿੱਚ ਹੈ। ਇਹ ਕਹਿ ਰਿਹਾ ਵੀ ਜੇ ਮੱਛੀ ਪਾਣੀ ਦੇ ਨਾਲ ਸਪਰਸ਼ ਕਰ ਲਵੇ, ਪਾਣੀ ਵਿੱਚ ਮੱਛੀ ਪੈ ਜਾਵੇ ਤੇ ਉਹ ਮਰ ਜਾਂਦੀ ਹੈ, ਇਹ ਕਿਵੇਂ ਹੋ ਸਕਦਾ? ਇਹਦਾ ਅਰਥ ਮੈਂ ਕੀ ਕਰਾਂ? ਅਗਲੇ ਬੰਨੇ ਬਚਨ ਆ ਗਿਆ, ਨਾ ਮਰੇ ਪਰ ਪਾਵਕ ਪਾਏ। ਭਾਈ ਧੰਨਾ ਜੀ ਕਹਿਣ ਲੱਗੇ ਮੱਛੀ ਨੂੰ ਤਤੇ ਤਵੇ ਤੇ ਰੱਖ ਦਈਏ ਤੇ ਉਹ ਮਰਦੀ ਨਹੀਂ, ਜਾਂ ਬਲਦੀ ਅੱਗ ਵਿੱਚ ਰੱਖ ਲਈਏ ਤਾਂ ਵੀ ਨਹੀਂ ਮਰਦੀ। ਹੈਰਾਨੀ ਹੈ, ਗੱਲਾਂ ਉਲਟ ਨੇ। ਮੱਛੀ ਮਰਦੀ ਅਸਲ ਵਿੱਚ ਪਾਣੀ ਵਿੱਚ ਹੈ, ਨਹੀਂ ਮਰਦੀ ਪਾਣੀ ਵਿੱਚ ਹੈ, ਮਰਦੀ ਅੱਗ ਵਿੱਚ ਹੈ। ਪਰ ਕਵੀ ਜੀ ਕਹਿਣ ਲੱਗੇ ਵੀ ਜੇ ਪਾਣੀ ਪਰਸ ਜਾਵੇ ਤੇ ਮੱਛੀ ਨੂੰ ਹੁੰਦਾ ਕੁਝ ਨਹੀਂ ਹੈ, ਅੱਗ ਪਰਸ ਜਾਵੇ ਤੇ ਮੱਛੀ ਜਿਹੜੀ ਹੈ ਉਹ ਦੁੱਖਾਂ ਦੇ ਵਿੱਚ ਪੈ ਜਾਂਦੀ ਹੈ। ਇਹ ਪਹਿਲਾ ਬਚਨ ਉਹਨਾਂ ਨੇ ਆਖਿਆ ਵੀ ਇਹਦੇ ਅਰਥ ਨੇ ਸਮਝਾ ਤੈਨੂੰ ਦਿੱਤਾ, ਹੁਣ ਇਹ ਦੱਸ ਵੀ ਇਹ ਕਿਵੇਂ ਹੋ ਸਕਦਾ। ਤੇ ਦੂਜਾ ਬਚਨ ਕੀਤਾ, ਹਾਥੀ ਮਰੇ ਮਦ ਕੇ ਪਰਸੇ ਕਬਹੂ। ਹਾਥੀ ਨੂੰ ਸ਼ਰਾਬ ਪਿਲਾ ਦਈਏ ਤੇ ਮਰ ਜਾਂਦਾ। ਦੂਜਾ ਬਚਨ ਆ ਗਿਆ, ਨਾ ਮਰੇ ਤਨ ਤਾਪ ਤੇ ਤਾਏ। ਹਾਥੀ ਨੂੰ ਬੁਖਾਰ ਚੜ੍ਹ ਜਾਏ ਤੇ ਹਾਥੀ ਮਰਦਾ ਨਹੀਂ। ਇਹਦੇ ਵਿੱਚ ਵੀ ਬਾਤ ਬੜੀ ਗੁੱਝੀ ਹੈ ਵੀ ਸ਼ਰਾਬ ਪਿਆ ਕੇ ਤੇ ਕਦੇ ਹਾਥੀ ਮਰਿਆ ਨਹੀਂ ਸੁਣਿਆ। ਉਹ ਸੋਚਦਾ ਪਿਆ ਵੀ ਇਹਦੀ ਕਵਿਤਾ ਕਿੱਧਰ ਨੂੰ ਜਾਂਦੀ ਪਈ ਆ। ਆਂਦਾ ਵੀ ਹਾਥੀ ਸ਼ਰਾਬ ਪੀਵੇ ਤੇ ਮਰ ਜਾਂਦਾ, ਪਰ ਹਾਥੀ ਨੂੰ ਬੁਖਾਰ ਚੜ੍ਹ ਜਾਵੇ ਤੇ ਮਰਦਾ ਨਹੀਂ। ਬਲਕਿ ਗੱਲ ਹੈ ਵੀ ਬੁਖਾਰ ਚੜ੍ਹਿਆ ਉਹ ਛੇਤੀ ਮਰ ਜਾਂਦਾ।
ਨਹੀਂ ਇਹਦੇ ਵਿੱਚੋਂ ਵੀ ਬਚਨ ਨਹੀਂ ਨਿਕਲਿਆ। ਫਿਰ ਕਹਿਣ ਲੱਗੇ ਚੱਲ ਤੀਜਾ ਬਚਨ ਤੇਰੇ ਨਾਲ ਕੀਤਾ ਸੀ ਨਾ ਉਹ ਦੱਸ। ਤੀ ਮਰੇ ਪੀ ਕੇ ਪਰਸੇ ਕਬਹੂ। ਕਹਿਣ ਲੱਗੇ ਇਸਤਰੀ ਨੂੰ ਜੇ ਉਹਦਾ ਪਤੀ ਹੱਥ ਲਾ ਦੇਵੇ ਨਾ ਤੇ ਉਹ ਮਰ ਜਾਂਦੀ ਹੈ, ਜੇ ਉਹਦਾ ਪਤੀ ਚਲੇ ਜਾਵੇ ਪਰਦੇਸ ਤੇ ਫਿਰ ਉਹ ਮਰਦੀ ਨਹੀਂ ਹੈ। ਇਹਦੇ ਵਿੱਚ ਵੀ ਉਹ ਗੁੰਝਲ ਵਿੱਚ ਪੈ ਗਿਆ ਵੀ ਇਹ ਕਿਸ ਤਰ੍ਹਾਂ ਹੋ ਸਕਦਾ ਹੈ। ਸਗੋਂ ਪਤਨੀ ਪਤੀ ਇਕੱਠੇ ਰਹਿਣ ਤੇ ਉਹ ਖੁਸ਼ ਰਹਿੰਦੇ ਨੇ, ਦੂਰ ਚਲੇ ਜਾਣ ਤੇ ਸਗੋਂ ਉਹਨਾਂ ਦਾ ਵਿਛੋੜਾ ਪੈਂਦਾ। ਪਰ ਇਹ ਗੱਲ ਕਹਿ ਰਿਹਾ ਵੀ ਜੇ ਪਤੀ ਪਤਨੀ ਨੂੰ ਹੱਥ ਲਾ ਦੇਵੇ ਤੇ ਉਹ ਪਤਨੀ ਮਰ ਜਾਂਦੀ ਹੈ, ਦੂਰ ਚਲਾ ਜਾਵੇ ਤੇ ਉਹ ਬਚ ਜਾਂਦੀ ਹੈ। ਚੰਗੀ ਤਰ੍ਹਾਂ ਵਿਚਾਰਦਾ ਰਿਹਾ, ਵਿਚਾਰਨ ਤੋਂ ਮਗਰੋਂ ਕੋਈ ਨਹੀਂ ਗੱਲ ਬਣੀ, ਕੋਈ ਨਹੀਂ ਅਰਥ ਬਣਿਆ। ਤੇ ਕਹਿਣ ਲੱਗਾ ਵੀ ਮੈਂ ਆਪਣੇ ਆਪ ਨੂੰ ਹਾਰਿਆ ਘੋਸ਼ਿਤ ਕਰ ਦਿਆਂਗਾ, ਪਰ ਮੈਨੂੰ ਸਮਝਾ ਵੀ ਇਹਦੇ ਵਿੱਚ ਰਾਜ ਕੀ ਹੈ, ਗੱਲਾਂ ਕੀ ਕੀਤੀਆਂ। ਮੇਰੇ ਕੋਲੋਂ ਇਹਦੇ ਅਰਥ ਨਹੀਂ ਹੋਏ। ਤੁਸੀਂ ਜਿੰਨੀਆਂ ਗੱਲਾਂ ਕਹੀਆਂ ਸਾਰੀਆਂ ਉਲਟ ਕਹੀਆਂ, ਸਿੱਧੀਆਂ ਕੀ ਨੇ ਮੈਨੂੰ ਉਹ ਕਰਕੇ ਦੱਸੋ। ਸਤਿਗੁਰੂ ਸੁਣ ਕੇ ਹੱਸ ਪਏ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਹੱਸ ਕੇ ਕਹਿਣ ਲੱਗੇ ਭਾਈ ਧੰਨਾ ਜੀ ਇਹਨੂੰ ਕਵਿਤਾ ਸਿੱਧੀ ਕਰਕੇ ਸੁਣਾਓ, ਹੁਣ ਸਮਝਾ ਦਿਓ, ਇਹਨੂੰ ਸਮਝ ਨਹੀਂ ਆਈ, ਹੁਣ ਤੁਸੀਂ ਸਮਝਾਓ। ਤੇ ਭਾਈ ਧੰਨਾ ਜੀ ਕਹਿਣ ਲੱਗੇ ਕਵੀ ਜੀ ਗੱਲ ਕੋਈ ਬਹੁਤੀ ਵੱਡੀ ਨਹੀਂ ਹੈ, ਬਸ ਇੱਕ ਨੰਨੇ ਅੱਖਰ ਦਾ ਹੀ ਫਰਕ ਪੈ ਗਿਆ। ਨੰਨੇ ਅੱਖਰ ਦਾ ਫਰਕ ਕੀ ਪਿਆ? ਬਚਨ ਤੂੰ ਇਹ ਪੜਿਆ ਵੀ ਮੀਨ ਪਰੇ ਜਲ ਕੇ ਪਰਸੇ ਕਬਹੂ। ਇਹ ਪੜ੍ਹਨਾ ਇਸ ਤਰ੍ਹਾਂ ਸੀ, ਮੀਨ ਮਰੇ ਜਲ ਕੇ ਪਰਸੇ ਕਬਹੂ ਨਾ। ਬਸ ਇੱਕ ਅੱਖਰ ਦਾ ਵਿਸ਼ਰਾਮ ਅੱਗੇ ਲੈ ਜਾ। ਤੂੰ ਨੰਨੇ ਨੂੰ ਅੱਗੇ ਲੈ ਕੇ ਜਾਂਦਾ, ਨੰਨੇ ਨੂੰ ਪਿੱਛੇ ਲੈ ਆ। ਵੀ ਜਿਹੜੀ ਮੱਛੀ ਹੈ ਉਹ ਪਾਣੀ ਨੂੰ ਪਰਸ ਕੇ ਮਰਦੀ ਨਹੀਂ ਹੈ। ਆਪਾਂ ਵੀ ਬਾਣੀ ਪੜ੍ਹਦੇ ਨਾ, ਗੁਰਮੁਖੋਂ ਪਾਠ ਕਰਦੇ, ਅਸੀਂ ਆਖਦੇ ਲੈ ਵਿਸ਼ਰਾਮ ਦੀ ਕੀ ਲੋੜ ਹੈ, ਜਿਵੇਂ ਦਾ ਮੂੰਹ ਵਿੱਚ ਆਉਂਦਾ ਬੋਲੀ ਜਾਓ, ਆਪੇ ਆ ਜਾਏਗਾ, ਆਪੇ ਪਤਾ ਲੱਗੇਗਾ। ਕਿਵੇਂ ਆ ਜਾਏਗਾ? ਆਪਣੇ ਆਪ। ਇਸ ਤਰ੍ਹਾਂ ਤੇ ਘਰੋਂ ਉੱਠਿਆ ਹੀ ਕੋਈ ਆਖੇਗਾ ਲੈ ਮੈਂ ਤਾਂ ਡਾਕਟਰ ਬਣ ਗਿਆ, ਮੈਂ ਤੇ ਹੁਣੇ ਚੀਰ ਫਾੜ ਕਰਕੇ ਆਪਰੇਸ਼ਨ ਕਰ ਦਿਆਂਗਾ, ਕਰ ਲਵੇਗਾ? ਨਹੀਂ, ਸਿੱਖਣਾ ਹੀ ਪੈਣਾ। ਗੁਰਬਾਣੀ ਵੀ ਸਿੱਖਣੀ ਪੈਣੀ ਹੈ, ਜਿੰਨਾ ਮਰਜ਼ੀ ਯਤਨ ਕਰ ਲਵੋ। ਭਾਵੇਂ ਸਾਨੂੰ ਸਾਰੀਆਂ ਭਾਸ਼ਾਵਾਂ ਦੇ ਅਖਬਾਰ ਪੜ੍ਹਨੇ ਆਉਂਦੇ ਹੋਣ, ਕਈ ਭਾਸ਼ਾ ਬੋਲਣੀਆਂ ਆਉਂਦੀਆਂ ਹੁਣ, ਪਰ ਗੁਰਬਾਣੀ ਉਹਨਾਂ ਚਿਰ ਨਹੀਂ ਜੇ ਪੜ੍ਹ ਸਕਦੇ ਜਿੰਨਾ ਚਿਰ ਸਿੱਖਦੇ ਨਹੀਂ। ਪਰ ਸਾਡੇ ਕੋਲ ਗੁਰਬਾਣੀ ਸਿੱਖਣ ਦਾ ਤੇ ਸਮਾਂ ਹੈ ਹੀ ਨਹੀਂ। ਕਵੀ ਜੀ ਇੱਥੇ ਕਹਿਣ ਲੱਗੇ, ਕਹਿੰਦੇ ਇੱਕ ਵਿਸਰਾਮ ਹੈ, ਨੰਨੇ ਅੱਖਰ ਦਾ ਪ੍ਰਯੋਗ ਸਹੀ ਕਰ ਲਾ, ਤੇਰੀ ਸਾਰੀ ਕਵਿਤਾ ਦੇ ਅਰਥ ਆਪਣੇ ਆਪ ਬਣ ਜਾਣੇ। ਜੇ ਤੈਨੂੰ ਨਹੀਂ ਕਰਨੇ ਆਏ ਤੇ ਅਸੀਂ ਕਰ ਦਿੰਦੇ ਹਾਂ। ਮੀਨ ਮਰੇ ਜਲ ਕੇ ਪਰਸੇ ਕਬਹੂ ਨਾ। ਮੱਛੀ ਪਾਣੀ ਵਿੱਚ ਪੈ ਜਾਵੇ ਤੇ ਕਦੇ ਮਰਦੀ ਨਹੀਂ ਹੈ। ਮਰੇ ਪਰ ਪਾਵਕ ਪਾਏ, ਮਰਦੀ ਤਾਂ ਹੈ ਜੇ ਉਹਨੂੰ ਕੱਢ ਕੇ ਅੱਗ ਵਿੱਚ ਰੱਖ ਦਈਏ, ਤਵੇ ਤੇ ਰੱਖ ਦਈਏ, ਚੁੱਲ੍ਹੇ 'ਚ ਰੱਖ ਦਈਏ ਤਾਂ ਮਰਦੀ। ਇਹ ਤੇਰੀ ਪਹਿਲੀ ਪੰਕਤੀ ਦਾ ਅਸੀਂ ਅਰਥ ਕੀਤਾ, ਤੈਨੂੰ ਸਮਝ ਨਹੀਂ ਆਈ ਪਰ ਤੈਨੂੰ ਸਮਝਾ ਦਿੰਦੇ। ਦੂਜਾ ਬਚਨ ਕੀਤਾ, ਹਾਥੀ ਮਰੇ ਮਦ ਕੇ ਪਰਸੇ ਕਬਹੂ ਨਾ। ਹਾਥੀ ਨੂੰ ਸ਼ਰਾਬ ਪਿਲਾ ਦਿਓ ਕਦੇ ਨਹੀਂ ਮਰਦਾ, ਸਗੋਂ ਮਸਤ ਹੋ ਜਾਂਦਾ। ਰਾਜਾ ਕੇਸਰੀ ਚੰਦ ਵੀ ਲੈ ਕੇ ਆਇਆ ਸੀ ਨਾ ਹਾਥੀ ਮਹਾਰਾਜ ਗੁਰੂ ਗੋਬਿੰਦ ਸਿੰਘ ਦੇ ਕਿਲੇ ਨੂੰ ਤੋੜਨ ਵਾਸਤੇ, ਤੇ ਸ਼ਰਾਬ ਪਿਲਾ ਕੇ ਲਿਆਇਆ ਨਾ। ਜੇ ਸ਼ਰਾਬ ਪਿਆ ਕੇ ਮਰਦਾ ਹੋਵੇ ਤੇ ਪਿਉਂਦਾ ਹੀ ਕਿਉਂ? ਨਹੀਂ ਮਰਦਾ ਸ਼ਰਾਬ ਦੇ ਨਾਲ। ਕਿਵੇਂ ਮਰਦਾ? ਕਹਿਣ ਲੱਗੇ ਮਰੇ ਤਨ ਤਾਪ ਤੇ ਆਏ, ਪਰ ਜੇ ਹਾਥੀ ਨੂੰ ਬੁਖਾਰ ਚੜ੍ਹ ਜਾਵੇ ਤੇ ਉਹ ਮਰ ਜਾਂਦਾ ਜੇ। ਪਰ ਕੁਦਰਤ ਦਾ ਕ੍ਰਿਸ਼ਮਾ ਇਹੋ ਜਿਹਾ ਵੀ ਉਹਨੂੰ ਬੁਖਾਰ ਚੜ੍ਹਦਾ ਨਹੀਂ। ਰੱਬ ਨੇ ਇਹੋ ਜਿਹਾ ਸਰੀਰ ਬਣਾਇਆ, ਇਹੋ ਜਿਹੀ ਖੁਰਾਕ ਬਣਾਈ। ਇਸ ਤਰ੍ਹਾਂ ਘੋੜਾ ਹੈ ਨਾ, ਘੋੜਾ ਕਹਿਣ ਲੱਗੇ ਘੋੜੇ ਨੂੰ ਬਦਾਮ ਦੀ ਗਿਰੀ ਖਵਾ ਦਈਏ, ਘੋੜਾ ਮਰ ਜਾਂਦਾ। ਰੱਬ ਨੇ ਉਹਨੂੰ ਬਣਾਇਆ ਹੀ ਇਸ ਤਰ੍ਹਾਂ ਦਾ ਵੀ ਉਹ ਬਦਾਮ ਦੀ ਗਿਰੀ ਖਾਂਦਾ ਨਹੀਂ। ਤੁਸੀਂ ਜਿੰਨੇ ਮਰਜ਼ੀ ਯਤਨ ਕਰ ਲਓ, ਖਾਏਗਾ। ਖਾ ਲਵੇ ਤੇ ਮਰ ਜਾਏਗਾ। ਰੱਬ ਦੀ ਕੁਦਰਤ ਹੈ। ਕਿਉਂਕਿ ਜਾਨਵਰ ਜਿਹੜਾ ਨਾ ਰੱਬ ਦੇ ਨਿਯਮ ਤੋਂ ਬਾਹਰ ਨਹੀਂ ਹੈ। ਬੰਦਾ ਨਿਯਮ ਤੋਂ ਬਾਹਰ, ਸਾਨੂੰ ਜੋ ਮਿਲੇ ਅਸੀਂ ਖਾ ਲੈਂਦੇ। ਕੁੱਤੇ ਵਰਗਾ ਜਾਨਵਰ ਹੈ ਨਾ, ਕੁੱਤੇ ਵਰਗਾ ਜਾਨਵਰ। ਕੁੱਤਾ ਆਪਣੀਆਂ ਅੱਖਾਂ ਤੇ ਵਿਸ਼ਵਾਸ ਨਹੀਂ ਕਰਦਾ। ਅੱਖਾਂ ਦੇ ਸਾਹਮਣੇ ਚੀਜ਼ ਪਈ ਹੈ, ਦਿਸਦੀ ਪਈ ਹੈ, ਅੱਖਾਂ ਤੇ ਭਰੋਸਾ ਨਹੀਂ ਉਹਨੂੰ, ਆਪਣੀਆਂ ਨਾਸਾਂ ਤੇ ਭਰੋਸਾ। ਜਿੰਨਾ ਚਿਰ ਸੁੰਘ ਨਹੀਂ ਲੈਂਦਾ, ਸੁੰਘ ਕੇ ਤਜਰਬਾ ਨਹੀਂ ਕਰ ਲੈਂਦਾ, ਉਹਨਾਂ ਚਿਰ ਖਾਏਗਾ ਨਹੀਂ, ਭਾਵੇਂ ਕਿੰਨੀ ਵੀ ਵਧੀਆ ਚੀਜ਼ ਕਿਉਂ ਨਾ ਸਾਹਮਣੇ ਪਈ। ਜਾਨਵਰ ਦੀ ਫਿਰ ਵੀ ਕੋਈ ਮਰਿਆਦਾ, ਕੋਈ ਸੀਮਾ ਹੈ। ਮਨੁੱਖ ਦੀ ਸੀਮਾ ਰਹਿ ਕੋਈ ਨਹੀਂ ਗਈ।
ਭਾਵੇਂ ਪੋਹ ਮਾਘ ਦੇ ਠੰਡੇ ਦਿਨ ਹੋਣ ਤੇ ਉੱਥੇ ਪਈ ਹੋਵੇ ਨਾ ਠੰਡੀ ਠੰਡੀ ਆਈਸਕ੍ਰੀਮ, ਤੇ ਸਾਡੀ ਲਾਲ ਉਹ ਫੁੱਟ ਤੱਕ ਜਾ ਕੇ ਡਿੱਗਦੀ ਹੈ, ਖਾ ਲਈਏ ਦਵਾ ਦਾ। ਉਤੋਂ ਨਾਲ ਹੀ ਤੱਤਾ ਖਾ ਲਿਆ, ਨਾਲ ਹੀ ਠੰਡਾ ਖਾ ਲਿਆ, ਜੋ ਕੁਝ ਹੈਗਾ ਇਹਨਾਂ ਨੂੰ ਗਲੱਛਣ ਦੀ ਕਰਦੇ ਆ, ਸੁੱਟੀਏ ਅੰਦਰ। ਬਸ ਘਰੇ ਆਉਂਦਿਆਂ ਤੱਕ ਫਿਰ ਸਾਰੇ ਅੰਚਰ ਪੰਚਰ ਸਾਡੇ ਢਿੱਲੇ ਹੋ ਜਾਂਦੇ, ਬੰਦ ਹੋ ਜਾਂਦੇ ਸਾਰੇ ਫਿਲਟਰ ਜਿੰਨੇ ਵੀ ਸਰੀਰ ਦੇ ਨੇ। ਫਿਰ ਵੈਦ ਹਕੀਮ ਤੇ ਡਾਕਟਰ ਕਹਿਣ ਤੋਂ ਭਾਵ ਇਹ ਆ ਵੀ ਸਾਡੀ ਕੋਈ ਮਰਿਆਦਾ ਨਹੀਂ ਹੈ, ਜਾਨਵਰ ਦਾ ਫਿਰ ਵੀ ਕੋਈ ਨਾ ਕੋਈ ਅਸੂਲ ਹੈ। ਰੋ ਵਿਚਾਰ ਕਹਿਣ ਲੱਗੇ, ਤੀ ਮਰੇ ਪੀ ਕੇ ਪਰਸੇ ਕਬਹੂ ਨਾ। ਪਤੀ ਪਤਨੀ ਇਕੱਠੇ ਰਹਿਣ, ਇੱਕ ਦੂਜੇ ਦੀ ਸੰਗਤ ਕਰਨ, ਖੁਸ਼ ਰਹਿੰਦੇ ਨੇ। ਸਗੋਂ ਪਤਨੀ ਮਰਦੀ ਨਹੀਂ, ਖੁਸ਼ ਰਹਿੰਦੀ ਆਪਣੇ ਪਤੀ ਦੇ ਨਾਲ। ਮਰਦੀ ਤਾਂ ਹੈ ਮਰੇ ਪਰਦੇਸ ਸਧਾਏ, ਜੇ ਉਹ ਪ੍ਰਦੇਸ ਚਲੇ ਜਾਵੇ ਨਾ, ਦੂਰ ਚਲੇ ਜਾਵੇ, ਤੇ ਉਹਦੇ ਵਿਛੋੜੇ ਵਿੱਚ ਸਗੋਂ ਮਰ ਜਾਂਦੀ। ਸਭ ਤੋਂ ਅਖੀਰ ਤੇ ਉਹਨਾਂ ਨੇ ਬਚਨ ਕੀਤਾ, ਗੂੜ ਮੈਂ ਬਾਤ ਕਹੀ ਦਿਜਰਾਚ, ਵਿਚਾਰ ਸਕੈ ਨਾ ਬਿਨਾ ਚਿਤ ਲਾਏ। ਬਚਨ ਬੜਾ ਗੂੜਾ ਹੈ, ਪਰ ਕਵੀ ਜੀ ਜਿੰਨਾ ਚਿਰ ਚਿੱਤ ਲਾ ਕੇ ਧਿਆਨ ਲਾ ਕੇ ਨਹੀਂ ਨਾ ਇਸ ਨੂੰ ਸੁਣੋਗੇ ਸਮਝੋਗੇ, ਉਹਨਾਂ ਚਿਰ ਸਮਝ ਨਹੀਂ ਆਏ। ਜਦੋਂ ਇਹ ਬਚਨ ਸਮਝਾਇਆ ਤੇ ਉਸ ਕਵੀ ਚੰਦਨ ਨੂੰ ਨਾ ਭਾਈ ਧੰਨਾ ਜੀਆਂ ਦੇ ਚਰਨ ਫੜਨੇ ਪੈ ਗਏ। ਠੀਕ ਹੈ ਜੀ, ਮਹਾਰਾਜ ਦੇ ਵੀ ਚਰਨ ਫੜੇ। ਮਹਾਰਾਜ ਤੁਸੀਂ ਵਾਕਿਆ ਹੀ ਠੀਕ ਕਹਿੰਦੇ ਸੀ ਵੀ ਤੁਹਾਡੇ ਕੋਲ ਵਾਕਿਆ ਹੀ ਬੜੇ ਬੜੇ ਕਵੀ ਨੇ, ਇੱਥੇ ਤੇ ਘੋੜਿਆਂ ਨੂੰ ਘਾਹ ਪਾਉਣ ਵਾਲਿਆਂ ਨੇ ਇਹੋ ਜਿਹੀਆਂ ਕਵਿਤਾ ਰਚ ਦਿੱਤੀਆਂ ਜਿਨ੍ਹਾਂ ਦੇ ਅਰਥ ਵੱਡੇ ਵੱਡੇ ਵਿਦਵਾਨਾਂ ਨੂੰ ਨਹੀਂ ਆਏ। ਗੁਰਮੁਖੋ ਇਹ ਪਾਉਂਟਾ ਸਾਹਿਬ ਦਾ ਇਤਿਹਾਸ ਹੈ। ਅੱਜ ਵੀ ਉੱਥੇ ਨਾ ਕਵੀ ਦਰਬਾਰ ਲੱਗਦਾ, ਬੜੇ ਬੜੇ ਕਵੀ ਜਾ ਕੇ ਉੱਥੇ ਉਸ ਦਿਨ ਕਵਿਤਾ ਪੜ੍ਹਦੇ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੀਆਂ ਖੁਸ਼ੀਆਂ ਲੈਂਦੇ। ਇੱਥੇ ਮਹਾਰਾਜ ਕਵੀ ਦਰਬਾਰ ਕਰਵਾਉਂਦੇ ਸਨ। ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਉੱਥੇ ਕਵਿਤਾ ਰਚਦਿਆਂ ਕਵੀ ਦੇ ਨਾਲ ਫਿਰ ਇਹੋ ਜਿਹੇ ਬਚਨ ਬਲਾਸ ਹੋਏ। ਇਤਿਹਾਸ ਵਿੱਚ ਲਿਖੇ ਨੇ ਵੀ ਉਹਨੇ ਇੱਕ ਨੰਨੇ ਅੱਖਰ ਦਾ ਹੀ ਇਹੋ ਜਿਹਾ ਭੁਲੇਖਾ ਪਾਇਆ, ਕਿਉਂਕਿ ਜੇ ਨੰਨਾ ਅੱਖਰ ਦੂਜੇ ਬੰਨੇ ਲਾਉਂਦਾ ਸੀ ਤੇ ਉਹ ਕਵਿਤਾ ਦੇ ਜਿਹੜਾ ਉਚਾਰਨ ਸਹੀ ਨਹੀਂ ਸੀ ਬਣਦਾ, ਚਾਲ ਨਹੀਂ ਸੀ ਸਹੀ ਬਣਦੀ। ਉਹ ਚਾਲ ਨੂੰ ਸਹੀ ਬਣਾਉਣ ਵਾਸਤੇ ਨੰਨੇ ਨੂੰ ਦੂਜੇ ਬੰਨੇ ਲਾਉਂਦਾ ਤੇ ਨੰਨਾ ਅੱਖਰ ਦੂਜੇ ਬੰਨੇ ਲੱਗਦਾ ਤੇ ਅਰਥ ਨਹੀਂ ਬਣਦਾ। ਫਿਰ ਲਿਖਣ ਵਾਲੇ ਉਚਾਰਨ ਵਾਲੇ ਨੇ ਦੱਸਿਆ ਵੀ ਨੰਨੇ ਅੱਖਰ ਨੂੰ ਇੱਕ ਪਾਸੇ ਕਰ ਦੇ, ਸਾਰੇ ਅਰਥ ਆਪਣੇ ਆਪ ਹੋ ਜਾਣਗੇ। ਇਹ ਹੈ ਵਿਦਵਾਨਾਂ ਦੀ ਵਿਚਾਰ। ਗਿਆਨੀ ਕੋ ਗਿਆਨੀ ਮਿਲੇ, ਕਰੇ ਗਿਆਨ ਕੀ ਬਾਤ। ਕਵਿਤਾ ਵਾਲੇ ਨੂੰ ਕਵਿਤਾ ਵਾਲਾ ਮਿਲੇ, ਗਿਆਨਵਾਨ ਨੂੰ ਗਿਆਨਵਾਨ ਮਿਲੇ, ਤੇ ਉਹ ਫਿਰ ਆਪਣੀ ਭਾਸ਼ਾ ਵਿੱਚ ਆਪਣੀ ਵਿਦਿਆ ਵਿੱਚ ਹੀ ਇੱਕ ਦੂਜੇ ਨਾਲ ਗੱਲਬਾਤ ਕਰਦੇ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਇਹ ਉਹਨਾਂ ਦਾ ਭਾਈ ਜੀਵਨ ਹੈ ਜਿਨ੍ਹਾਂ ਨੇ ਮਨੁੱਖਾ ਜਨਮ ਪਾ ਕੇ ਗੁਰੂ ਦੀ ਕੀਤੀ ਹੈ ਸੇਵਾ। ਉਹ ਨੇ ਭਾਈ ਧੰਨਾ ਜੀ ਵਰਗੇ ਜਿਨ੍ਹਾਂ ਨੇ ਜਨਮ ਸਫਲਾ ਕਰ ਲਿਆ, ਇਤਿਹਾਸ ਵਿੱਚ ਅਮਰ ਹੋ ਗਏ। ਪਰ ਕੁਝ ਗੁਰਮੁਖੋ ਇਹੋ ਜਿਹੇ ਸਾਡੇ ਵਰਗੇ ਵੀ ਹਨ, ਜਨਮ ਪਾਏ ਕਛ ਭਲੋ ਨਾ ਕੀਨੋ। ਮਨੁੱਖਾ ਜਨਮ ਪਾ ਕੇ ਚੰਗਾ ਕੰਮ ਕੀਤਾ ਹੀ ਕੋਈ ਨਹੀਂ। ਗੁਰੂ ਘਰ ਆ ਕੇ, ਗੁਰਦੁਆਰੇ ਆ ਕੇ ਵੀ ਚੰਗਾ ਨਹੀਂ ਕੀਤਾ। ਇੱਥੇ ਵੀ ਆ ਕੇ ਕਿਸੇ ਨਾ ਕਿਸੇ ਦੀ ਲੱਤ ਖਿੱਚੀ ਲਈ ਹੈ, ਕਿਸੇ ਨਾ ਕਿਸੇ ਬੰਦੇ ਨੂੰ ਕੋਈ ਨਾ ਕੋਈ ਕਰਮ ਕਰ ਹੀ ਲਿਆ, ਕੋਈ ਚੁਗਲੀ ਨਿੰਦਿਆ ਹੋ ਹੀ ਗਈ ਹੈ, ਕੋਈ ਮਾੜਾ ਬਚਨ ਹੋ ਹੀ ਗਿਆ। ਕਹਿਣ ਲੱਗੇ ਮਨੁੱਖਾ ਜਨਮ ਪਾ ਕੇ ਇਸ ਪਾਪੀ ਜੀਵ ਨੇ ਕੋਈ ਚੰਗੇ ਕਰਮ ਨਹੀਂ ਕੀਤੇ ਹਨ, ਤਾਂ ਤੇ ਅਧਿਕ ਡਰੋ। ਬਹੁਤ ਜ਼ਿਆਦਾ ਡਰਦਾ ਹਾਂ। ਅਧਿਕ ਤੋਂ ਭਾਵ ਬਹੁਤਾ, ਕਿਉਂਕਿ ਗੁਰਮੁਖੋ ਡਰ ਹੁੰਦਾ ਆਪਣੇ ਪਾਪ ਦਾ। ਜਿਹੜਾ ਬੰਦਾ ਮਾੜੇ ਕੰਮ ਕਰਦਾ ਨਾ, ਪੁਲਿਸ ਦੀ ਗੱਡੀ ਵੇਖ ਕੇ ਸ਼ਹਿ ਜਾਂਦਾ, ਉੱਥੇ ਹੀ ਆਸੇ ਪਾਸੇ ਕਿਤੇ ਹੋ ਜਾਏਗਾ, ਕੰਧ ਨਾਲ ਲੱਗ ਜਾਏਗਾ ਵੀ ਇਹ ਮੈਨੂੰ ਤਾਂ ਨਹੀਂ ਫੜਨ ਆ ਗਿਆ, ਭਾਵੇਂ ਉਹ ਕਿਸੇ ਹੋਰ ਬੰਨੇ ਚੱਲੇ ਹੋ। ਜਿਹਨੇ ਕੋਈ ਮਾੜਾ ਕਰਮ ਨਹੀਂ ਕੀਤਾ, ਉਹਦੀ ਕਿਰਤ ਕਮਾਈ ਸਾਫ ਸੁਥਰੀ ਹੈ, ਚੁੱਪ ਕਰਕੇ ਖਲੋਤਾ ਰਹਿੰਦਾ, ਪਤਾ ਵੀ ਮੈਂ ਤੇ ਕੀਤਾ ਹੀ ਕੁਝ ਨਹੀਂ। ਬਲੈਕੀਏ ਸਮੈਕੀਏ ਨੂੰ ਡਰ ਰਹਿੰਦਾ ਵੀ ਕਿਤੇ ਮੈਨੂੰ ਲੈਣ ਤਾਂ ਨਹੀਂ ਆ ਗਿਆ। ਮਹਾਰਾਜ ਕਹਿਣ ਲੱਗੇ, ਜਨਮ ਪਾਏ ਕਛ ਭਲੋ ਨਾ ਕੀਨੋ। ਜਦੋਂ ਮਨੁੱਖਾ ਜਨਮ ਪਾ ਕੇ ਕੰਮ ਹੀ ਕੋਈ ਨਹੀਂ ਚੰਗਾ ਕੀਤਾ, ਤਾਂ ਤੇ ਅਧਿਕ ਡਰੋ। ਫਿਰ ਡਰ ਵੀ ਤਾਂ ਹੀ ਲੱਗਦਾ ਨਾ ਜਮਾਂ ਕੋਲੋਂ। ਅਸੀਂ ਮੌਤ ਤੋਂ ਕਿਉਂ ਡਰਦੇ ਹਾਂ? ਜਮਾਂ ਤੋਂ ਕਿਉਂ ਡਰਦੇ? ਇਸੇ ਕਰਕੇ ਡਰਦੇ ਹਾਂ ਵੀ ਜਿਹੜੇ ਪਾਪ ਕਰਮ ਕੀਤੇ ਹੁਣ ਸਜ਼ਾ ਮਿਲੇਗੀ, ਹੁਣ ਉਹਨਾਂ ਦਾ ਰਿਜ਼ਲਟ ਮਿਲਣਾ, ਹੁਣ ਦੰਡ ਮਿਲਣਾ। ਕਹਿਣ ਲੱਗੇ ਉਹ ਜਿਹੜੇ ਪਾਪ ਕਰਮ ਨੇ ਉਹਦੇ ਤੋਂ ਸਾਨੂੰ ਫਿਰ ਜਮਾਂ ਤੋਂ ਬਹੁਤਾ ਡਰ ਲੱਗਦਾ ਹੈ। ਮਨ ਬਚ ਕਰਮ ਹਰ ਗੁਣ ਨਹੀਂ ਗਾਏ। ਨਾ ਕਦੇ ਮਨ ਕਰਕੇ, ਨਾ ਕਦੇ ਬਚਨਾ ਕਰਕੇ, ਨਾ ਕਹੀਏ ਕਰਮ ਕਰਕੇ। ਕੰਮ ਕਰਕੇ ਵੀ ਕੋਈ ਚੰਗੇ ਗੁਣ ਪ੍ਰਮਾਤਮਾ ਦੇ ਗਾਏ ਨਹੀਂ ਹਨ। ਯਹ ਜੀ ਸੋਚ ਧਰੋ। ਇਹ ਜਿਹੜੀ ਸੋਚ ਚਿੰਤਾ ਹੈ ਨਾ ਮੇਰੇ ਮਨ ਦੇ ਵਿੱਚ ਹੈ,
ਕਰਮ ਨਾਮ ਗੁਰਮੁਖੋ ਸਰੀਰ ਦਾ ਹੈ, ਕਿਉਂਕਿ ਸਰੀਰ ਹੀ ਕਰਮ ਕਰਦਾ ਹੈ ਨਾ ਮਨ ਕਰਕੇ ਕੋਈ ਚੰਗਾ ਕੰਮ ਕੀਤਾ, ਨਾ ਬਚਨ ਕਰਕੇ, ਨਾ ਕੋਈ ਸਰੀਰ ਕਰਕੇ। ਇਸ ਗੱਲ ਦੀ ਚਿੰਤਾ ਹੈ ਮਨ ਦੇ ਵਿੱਚ ਵੀ ਇਹ ਮੈਂ ਕੀ ਕਰਦਾ ਪਿਆ, ਦਿਨੇ ਰਾਤ ਕੋਈ ਚੰਗਾ ਕੰਮ ਨਹੀਂ ਕਰਦਾ। ਇਸ ਗੱਲ ਦੀ ਚਿੰਤਾ ਮਨ ਵਿੱਚ ਬਹੁਤੀ ਲੱਗੀ ਹੋਈ ਹੈ। ਗੁਰਮੁਤ ਸੁਣ ਕਛ ਗਿਆਨ ਨਾ ਉਪਜਿਓ। ਗੁਰੂ ਦੀ ਗੱਲ ਸੁਣਦਾ ਤੇ ਜ਼ਰੂਰ ਆ, ਕਥਾ ਵੀ ਸੁਣਦਾ, ਕੀਰਤਨ ਵੀ ਸੁਣਦਾ, ਢਾਡੀ ਵਾਰਾਂ ਵੀ ਸੁਣਦਾ, ਦੀਵਾਨ ਵੀ ਸੁਣਦਾ, ਗ੍ਰੰਥ ਵੀ ਸੁਣਦਾ, ਵਿਚਾਰਾਂ ਸੁਣਦਾ ਤੇ ਬੜੀਆਂ ਹਾਂ। ਗੁਰੂ ਦੀ ਗੱਲ ਸੁਣ ਕੇ ਪਰ ਗਿਆਨ ਨਹੀਂ ਉਹਦੇ ਵਿੱਚੋਂ ਕੋਈ ਵੀ ਲੈ ਲਿਆ, ਗਿਆਨ ਪ੍ਰਾਪਤ ਨਹੀਂ ਕੀਤਾ। ਕੇਵਲ ਇੱਕ ਕੰਨ ਸੁਣਿਆ, ਦੂਜੇ ਕੰਨ ਬਚਨ ਕੱਢ ਦਿੱਤਾ। ਜੇ ਗੁਰੂ ਦਾ ਬਚਨ ਸੁਣ ਕੇ ਕਮਾਇਆ ਹੁੰਦਾ, ਇਹਨੂੰ ਕਿਤੇ ਦਾ ਕਿਤੇ ਪਹੁੰਚ ਗਿਆ ਹੁੰਦਾ, ਅਵਸਥਾ ਕਿਤੇ ਉੱਪਰ ਚਲੇ ਗਈ ਹੁੰਦੀ, ਪਰ ਉੱਥੇ ਹੀ ਬੈਠੇ ਆ ਜਿੱਥੇ ਅੱਜ ਤੋਂ 3, 4, 5 ਸਾਲ ਪਹਿਲਾਂ ਬੈਠੇ ਸਨ ਨਾ ਗੁਰੂ ਦਰਬਾਰ ਵਿੱਚ ਆ। ਕੇਵਲ ਉਹ ਜਗ੍ਹਾ ਹੀ ਮੱਲਣ ਵਾਸਤੇ ਰਹਿ ਗਿਆ ਵੀ ਇਸ ਜਗ੍ਹਾ ਤੇ ਮੈਂ ਬੈਠਦਾ, ਜਗ੍ਹਾ ਮੇਰੀ ਹੈ, ਇਹਦੇ ਤੋਂ ਅੱਗੇ ਕੋਈ ਨਹੀਂ ਤੁਰੇ, ਉੱਥੇ ਹੀ ਬੈਠੇ ਆ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਗੁਰੂ ਦੀ ਮੱਤ ਸੁਣ ਕੇ ਕੁਝ ਵੀ ਗਿਆਨ ਪ੍ਰਾਪਤ ਨਹੀਂ ਹੋਇਆ ਹੈ। ਪਸ ਜਿਉ ਉਦਰ ਭਰੋ। ਪਰ ਪਸ਼ੂ ਦੇ ਵਾਂਗੂ ਢਿੱਡ ਭਰਨ ਦੀ ਇੱਛਾ ਹੈ, ਪੇਟ ਕਿਵੇਂ ਭਰੇ। ਗੁਰੂ ਕੋਲ ਆ ਕੇ ਵੀ ਮੰਗਦਾ ਪਿਆ, ਮੈਨੂੰ ਇਹ ਦੇ ਦੇ, ਮੈਨੂੰ ਆਹ ਦੇ ਦੇ, ਮੈਨੂੰ ਆਹ ਮਿਲ ਜਾਵੇ। ਇੱਥੇ ਵੀ ਪੇਟ ਭਰਨ ਦੀ ਇੱਛਾ ਲੈ ਕੇ ਆਉਂਦਾ, ਦਾਤਾਂ ਮੰਗਦਾ ਆਪਣੇ ਵਾਸਤੇ, ਆਪਣੇ ਪਰਿਵਾਰ ਵਾਸਤੇ। ਗੁਰੂ ਦੇ ਕੋਲ ਵੀ ਆਉਂਦਾ ਗਿਆਨ ਕਰਕੇ ਨਹੀਂ, ਇੱਥੇ ਵੀ ਆਉਂਦਾ ਵੀ ਲੰਗਰ ਵਿੱਚੋਂ ਕੀ ਬਣਿਆ, ਕੀ ਪੱਕਿਆ ਤੇ ਕੀ ਮਿਲੇਗਾ। ਇਹ ਬਚਨ ਨੇ ਗੁਰੂ ਤੇਗ ਬਹਾਦਰ ਪਾਤਸ਼ਾਹ ਜੀਆਂ ਦੇ। ਕਹਿਣ ਲੱਗੇ ਗੁਰਮਤਿ ਸੁਣ ਕਛ ਗਿਆਨ ਨਾ ਉਪਜਿਓ, ਪਸ ਜਿਉ ਉਦਰ ਭਰੋ। ਪਸ਼ੂ ਦੇ ਵਾਂਗੂ ਕੇਵਲ ਪੇਟ ਭਰਨ ਦੀ ਚਿੰਤਾ ਵਿੱਚ ਪਿਆ ਹੋਇਆ, ਜਾਂ ਕੇਵਲ ਪੇਟ ਭਰਨ ਵਿੱਚ ਲੱਗਾ ਵੀ ਢਿੱਡ ਕਿਵੇਂ ਭਰੇ, ਇਸ ਵਾਸਤੇ ਲੱਗਾ ਹੋਇਆ ਹੈ। ਕਹੋ ਨਾਨਕ ਪ੍ਰਭ ਬਿਰਦ ਪਛਾਨੋ। ਸਤਿਗੁਰੂ ਬਚਨ ਕਰਦੇ ਕਹਿਣ ਲੱਗੇ, ਐ ਪ੍ਰਮਾਤਮਾ ਆਪਣੇ ਬਿਰਦ ਦੀ ਪਛਾਣ ਕਰ। ਐ ਅਕਾਲ ਪੁਰਖ ਤੁਹਾਡਾ ਬਿਰਦ ਹੈ ਪਤਿਤ ਪਾਵਨ, ਤੁਸੀਂ ਪਾਪੀਆਂ ਨੂੰ ਉਹ ਪਵਿੱਤਰ ਕਰਨ ਵਾਲੇ, ਉਸ ਬਿਰਦ ਦੀ ਆਪ ਦੀ ਪਛਾਣ ਕਰੋ ਜੀ। ਤਬ ਹੋ ਪਤਿਤ ਤਰੋ। ਤਾਂ ਮੇਰੇ ਵਰਗਾ ਪਾਪੀ ਤਰ ਸਕਦਾ। ਜੇ ਮੈਂ ਚਾਹਾਂ ਨਾ ਵੀ ਮੈਂ ਆਪਣੀ ਕਰਮੀ ਕਰਤੂਤ ਕਰਕੇ, ਕੰਮਾਂ ਕਰਕੇ ਤਰ ਜਾਵਾਂਗਾ, ਨਹੀਂ ਮੇਰੇ ਕੋਲੋਂ ਨਹੀਂ ਜੇ ਤਰਿਆ ਜਾ। ਤਰਿਆ ਤਾਂ ਜਾਣਾ ਜੇ ਤੁਸੀਂ ਕਿਰਪਾ ਕਰੋ, ਤੁਸੀਂ ਮਿਹਰ ਕਰੋ ਤਾਂ ਤਰ ਸਕਦਾ। ਇਹ ਸਤਿਗੁਰੂ ਜੀ ਗੁਰੂ ਤੇਗ ਬਹਾਦਰ ਪਾਤਸ਼ਾਹ ਦਾ ਸ਼ਬਦ ਸਾਨੂੰ ਪ੍ਰਾਪਤ ਹੋਇਆ। ਜਿਹੜੇ ਗੁਰੂ ਕੀ ਬਾਣੀ ਪੜ੍ਹਨ ਵਾਲੇ ਗੁਰੂ ਕੇ ਸਿੱਖ ਨੇ, ਇਹ ਸ਼ਬਦਾਂ ਦੇ ਥੱਲੇ ਅੰਕ ਆਉਂਦੇ ਨੇ, ਗਣਿਤ ਦੇ ਅੰਕ। ਕਈ ਵਾਰੀ ਅਸੀਂ ਸੋਚਦੇ ਹਾਂ ਵੀ ਇਹ ਕਿਉਂ ਲਿਖੇ ਨੇ। ਇਹ ਲਿਖਣ ਦਾ ਕਾਰਨ ਇਹ ਹੈ ਵੀ ਇਹ ਗਿਣਤੀ ਲਿਖੀ ਹੈ ਮਹਾਰਾਜ ਦੀਆਂ ਨੇ। ਜਿਵੇਂ ਇਹ ਸ਼ਬਦ ਸੰਪੂਰਨ ਹੋਇਆ, ਸਭ ਤੋਂ ਪਹਿਲਾਂ 2 ਅੰਕ ਆਇਆ। 2 ਅੰਕ ਤੋਂ ਭਾਵ ਹੈ ਵੀ 2 ਪੌੜੀਆਂ ਦਾ ਸ਼ਬਦ ਹੈ। ਅੱਗੇ 4 ਅੰਕ ਆਇਆ। 4 ਅੰਕ ਤੋਂ ਭਾਵ ਇਹ ਹੈ ਵੀ ਇੱਥੇ ਗੁਰੂ ਤੇਗ ਬਹਾਦਰ ਪਾਤਸ਼ਾਹ ਦੇ 4 ਸ਼ਬਦ ਪੂਰੇ ਹੋ ਗਏ ਨੇ, 4 ਹੀ ਉਹਨਾਂ ਨੇ ਰਚੇ ਨੇ। ਇੱਥੇ ਗਿਣਤੀ ਦੀ ਜਿਹੜੀ ਹੈ ਉਹ ਜੋੜ ਦਿੱਤਾ ਹੋਇਆ। ਅੱਗੇ ਆ ਗਿਆ 9 ਅੰਕ। 9 ਅੰਕ ਤੋਂ ਭਾਵ ਹੈ ਵੀ ਹੁਣ ਤੱਕ ਆਪਾਂ ਗੁਰੂ ਨਾਨਕ ਦੇ ਮਹਾਰਾਜ ਦੇ 9 ਸ਼ਬਦ ਸੁਣ ਲਏ ਨੇ ਇਸ ਤੋਂ ਪਹਿਲਾਂ। ਅੱਗੇ ਫਿਰ 9 ਅੰਕ ਹੈ, ਉਹਦਾ ਭਾਵ ਇਹ ਹੈ ਵੀ ਗੁਰੂ ਅਮਰਦਾਸ ਪਾਤਸ਼ਾਹ ਦੇ ਵੀ 9 ਸ਼ਬਦ ਆਪਾਂ ਸੁਣ ਲਏ ਨੇ। ਉਹਦੇ ਤੋਂ ਅੱਗੇ ਫਿਰ 13 ਸ਼ਬਦ ਹੈ ਵੀ 13 ਸ਼ਬਦ ਗੁਰੂ ਰਾਮਦਾਸ ਪਾਤਸ਼ਾਹ ਦੇ ਸੁਣੇ ਨੇ ਜਾਂ ਆਪਾਂ ਪੜ੍ਹੇ ਨੇ। ਉਹਦੇ ਤੋਂ ਅੱਗੇ ਫਿਰ 48 ਹੈ। ਤੋ ਕਹਿਣ ਲੱਗੇ ਇਹ 58 ਅੰਕ ਲਿਖਿਆ ਮਹਾਰਾਜ ਨੇ। 58 ਤੋਂ ਭਾਵ ਵੀ ਗੁਰੂ ਅਰਜਨ ਦੇਵ ਪਾਤਸ਼ਾਹ ਦੇ ਇੰਨੇ ਸ਼ਬਦ ਆਪਾਂ ਇੱਥੋਂ ਤੱਕ ਸੁਣ ਚੁੱਕੇ ਹਾਂ। 4 ਅੰਕ ਗੁਰੂ ਤੇਗ ਬਹਾਦਰ ਪਾਤਸ਼ਾਹ ਦੇ 4 ਸ਼ਬਦ, ਕੁੱਲ ਜੋੜ ਇਹਨਾਂ ਦਾ 93 ਸ਼ਬਦ ਹੈ। ਉਹ ਮਹਾਰਾਜ ਨੇ ਫਿਰ ਅੱਗੇ 93 ਲਿਖਿਆ। ਇਹ ਅੰਕ ਲਿਖੇ ਨੇ ਸ਼ਬਦਾਂ ਦੇ ਮਗਰ। ਇਹ ਅੰਕਾਂ ਤੋਂ ਭਾਵ ਹੁੰਦਾ ਵੀ ਇੰਨੇ ਸ਼ਬਦ ਇਹਨਾਂ ਗੁਰੂ ਸਾਹਿਬਾਨ ਦੇ ਪਿੱਛੇ ਆ ਚੁੱਕੇ ਨੇ, ਉਹਨਾਂ ਦਾ ਜੋੜ ਇੱਥੇ ਆ ਕੇ ਇੰਨਾ ਬਣਦਾ ਹੈ। ਇਹ 93 ਸ਼ਬਦ ਇੱਥੇ ਆ ਕੇ ਸੰਪੂਰਨ ਹੋਏ। ਗੁਰੂ ਤੇਗ ਬਹਾਦਰ ਪਾਤਸ਼ਾਹ ਦੀ ਬਾਣੀ ਵੀ ਸੰਪੂਰਨ ਹੋਈ ਹੈ। ਅੱਗੇ ਮਹਾਰਾਜ ਜੀ ਅਸ਼ਟਪਦੀਆਂ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਉਚਾਰਨ ਕਰਨਗੇ, ਉਹ ਆਪਾਂ ਕੱਲ੍ਹ ਦੇ ਦੀਵਾਨ ਵਿੱਚ ਸਰਵਣ ਕਰਾਂਗੇ। ਸਮੇਂ ਦੀ ਸਮਾਪਤੀ, ਭੁੱਲਾਂ ਦੀ ਮੁਆਫੀ, ਜੋ ਸੱਜਣ ਅਸੀਸੜੀਆਂ ਸਾਹਿਬ ਸਿਓ ਮੇਲੋ। ਗੁਰਮਤ ਸੁਨ ਕਛ ਗਿਆਨ ਨਾ ਉਪਜਿਓ, ਪਸ ਜਿਉ ਉਦਰ ਭਰੋ। ਕਹੋ ਨਾਨਕ ਪ੍ਰਭ ਬਿਰਦ ਪਛਾਨੋ, ਤਬ ਹੀ ਪਤਿਤ ਤਰੋ। ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ। ਆਪ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ 14 ਤਰੀਕ ਨੂੰ ਸੰਗਰਾਂਦ ਦੇ ਦਿਹਾੜੇ ਜਿਹੜੇ ਹਨ ਉਹ ਪ੍ਰਾਪਤ ਹੋ ਰਹੇ ਨੇ। ਉਸ ਦੇ ਸੰਬੰਧ ਵਿੱਚ ਸਵੇਰੇ ਵੀ ਆਪ ਸੰਗਤਾਂ ਵਾਸਤੇ ਪਕਵਾਨ ਭੋਜਨ ਜਿਹੜੇ ਹਨ ਲੰਗਰਾਂ ਵਿੱਚ ਤਿਆਰ ਹੋਣਗੇ ਅਤੇ ਇਸੇ ਤਰ੍ਹਾਂ ਸ਼ਾਮ ਨੂੰ ਵੀ ਗੁਰੂ ਕੇ ਲੰਗਰ ਜਿਹੜੇ ਹਨ ਟੁੱਟ ਵਰਤਣਗੇ। ਆਪ ਸੰਗਤਾਂ ਨੂੰ ਬੇਨਤੀ ਹੈ ਕਿ ਵੱਧ ਤੋਂ ਵੱਧ ਦੋਨੇ ਸਮੇਂ ਹਾਜ਼ਰੀਆਂ ਭਰ ਕੇ ਗੁਰੂ ਕੀ ਬਾਣੀ ਸਰਵਣ ਕਰਕੇ ਲਾਹੇ ਪ੍ਰਾਪਤ ਕਰੋ। ਇਹ ਬੇਨਤੀ ਆਪ ਸੰਗਤ ਨੇ ਪ੍ਰਵਾਨ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।